नागपं सिमरांगद अमरदास हृदय श्री गुरु रामदास गुरु अर्जन विगन श्री हरि गोविंद शुभ सुमत श्री हरि राय नमोकार श्री हरि कृष्ण तेग बहादुर गुर परम श्री गुरु गोविंद तरो तरा तर पुन बंदों बार जिसमें अमृत श्री गुरु ग्रंथ साहिब एक ओंकार प्रसाद वाहिगुरु वाहिगुरु जी की वाहिगुरु जी का खालसा जुगो जुग अटल चवर छत्र तखत दे मालक गुरता गद्दी ते सुभाए मान श्री गुरु ग्रंथ साहिब महाराज जी पातशाह जी दी अपार कृपा बरत रही है। इस कलयुग के भयानक समय अंदर महाराज जी ने आपां सारियां नूं अपनी गोदी दे विच जगह बख्शिश करके नवाजिया है। दुनिया की सब तो महंगी थां है गुरु साहिब की गोद। जो आप संगतां इतिहास सुनते हो या पढ़ते हैं ना, बड़े बड़े राजे महाराजे जिहड़े सन जिन्हां बच्चियां ने इतिहास पढ़िया 49 साल राज किया अकबर ने। पर हैरानी की गल, जिथों दुनिया का राज खत्म हुंदा ना, गुरु नानक की पहली पौड़ी शुरू होती। जिन्हों समझ आ जाए, पर जे समझ नहीं आई फिर नहीं। जिहड़ियां चीज़ां पिछे अज आपां भज रहे ना, दौलत शौहरत सोना चांदी उच्चा कारोबार वड्डा वेड़ा, जो इतिहास पढ़ी दा ते उदों अखां भरदियां। 49 साल राज किया अकबर ने। सोने की थाली च रोटी खांदा, सोने के गिलास चौंचे भी सोने दे, 25-30 जाने उहदे दरबार च रसोईए उहदे, सोने की तख्त उहदी, सोने का उहदा जिथे आसन फुल्लां दी विछाई हुंदी, महाराजियां दे वड्डे। पर जदों इतिहास वेखीदा ते ऐसा दुनिया का मालक जिहदी मुट्ठी दे विच दुनिया है,
ਗੁਰੂ ਅਮਰਦਾਸ ਨੂੰ ਕਹਿੰਦਾ, ਬਾਬਾ ਬਹਿਣ ਜੋਗੀ ਥਾਂ ਹੀ ਦੇ ਦੇ ਸੰਗਤ ਵਿੱਚ। ਇਹ ਕੋਲੋਂ ਨਹੀਂ ਕਿਹਾ। ਕਈ ਵਾਰੀ ਆਪਾਂ ਬੋਲੀ ਦਾ ਕੀ ਕਹਿੰਦੇ ਜੀ, ਸਭ ਤੋਂ ਮਹਿੰਗੀ ਜਗ੍ਹਾ ਕਿਉਂ ਹੈ? ਸਾਨੂੰ ਨਹੀਂ ਕਦਰ, ਆਪਾਂ ਇੱਕੋ ਜਿਹੀ ਹਾਂ। ਆਪਾਂ ਤਾਂ ਕੱਚ ਕੁੱਚ ਮੰਗਣ ਆਏ ਆ ਗੁਰੂ ਤੋਂ। ਇਹ ਦੁਨਿਆਵੀ ਚੀਜ਼ਾਂ ਕੱਚ ਹੀ ਆ, ਵੀ ਮਹਾਰਾਜ ਆਹ ਦੇ ਦਿਓ, ਆਹ ਦੇ ਦਿਓ, ਪਤਾ ਘੜੀ ਦਾ ਨਹੀਂ। ਏਡੇ ਏਡੇ ਵੱਡੇ ਲੋਕ ਜਿਹੜੇ ਸਨ, ਜਦੋਂ ਇੱਥੋਂ ਇਹ ਜਿਹੜਾ ਪੁਲ ਹੈ ਨਾ ਗੋਇੰਦਵਾਲ ਵਾਲਾ, ਇਹ ਉਦੋਂ ਬੇੜੀਆਂ ਸੀ ਤੇ ਲਾਹੌਰ ਤੋਂ ਦਿੱਲੀ ਨੂੰ ਜਾਂਦਾ ਹੋਇਆ ਇਸ ਪੱਤਨ ਦੇ ਉੱਤੇ ਉਹ ਠਹਿਰਿਆ ਤੇ ਪਤਾ ਲੱਗਾ ਵੀ ਇੱਥੇ ਗੁਰੂ ਨਾਨਕ ਦੀ ਗੱਦੀ ਦਾ ਮਾਲਕ ਤੀਜਾ ਪਾਤਸ਼ਾਹ ਬੈਠਾ। ਕਹਿੰਦਾ ਚਲੋ ਟਾਈਮ ਹੈਗਾ ਏ, ਦਰਸ਼ਨ ਹੀ ਕਰ ਆਉਣੇ। ਜਦੋਂ ਕਿਰਪਾ ਹੋਣੀ ਹੋਵੇ, ਕਿ ਬੰਦਾ ਕੰਮ ਕਾਜ ਹੀ ਆਇਆ ਤੇ ਗੁਰੂ ਘਰ ਆ ਜਾਂਦਾ। ਜਦੋਂ ਉਹਨੇ ਪਹਿਲੀ ਵਾਰ ਇੱਥੇ ਆਪਣੇ ਆਉਣਾ ਕੀਤਾ ਤੇ ਸਭ ਤੋਂ ਪਹਿਲਾਂ ਡਿਓੜੀ ਦੇ ਵਿੱਚ ਆਇਆ ਤੇ ਜਦੋਂ ਜੋੜਾ ਲਾ ਕੇ ਉਹਨੇ ਚਰਨ ਧੋਤੇ ਨਾ, ਤੇ ਆਪਣੇ ਵਜ਼ੀਰ ਨੂੰ ਕਹਿੰਦਾ ਵੀ ਮੈਂ ਅਜਮੇਰ ਸ਼ਰੀਫ ਦੀ ਜ਼ਿਆਰਤ ਕੀਤੀ ਹੈ, ਮੁਸਲਮਾਨ ਕਰਦੇ ਹੈ। ਕਹਿੰਦਾ ਮੈਂ ਕਾਂਗੜੇ ਸੋਨੇ ਦਾ ਛਤਰ ਚੜਾ ਕੇ ਆਇਆ ਦੇਵੀ ਮਾਤਾ ਦੇ, ਪਰ ਪਤਾ ਨਹੀਂ ਕਿਉਂ ਵਜ਼ੀਰੇ ਆਲਮ ਇਸ ਪੁਰਖ ਦੀ ਡਿਓੜੀ ਤੇ ਪੈਰ ਰੱਖਦਿਆਂ ਮੈਨੂੰ ਸੁੱਖ ਜਿਹਾ ਮਿਲਿਆ। ਇਹ ਉਹਦੀ ਜ਼ਬਾਨੀ ਹੈ ਕਿ ਮੈਂ ਅਜਮੇਰ ਸ਼ਰੀਫ ਦੀ ਜ਼ਿਆਰਤ ਕੀਤੀ ਪਰ ਮੈਨੂੰ ਸੁੱਖ ਨਹੀਂ ਆਇਆ। ਮੈਂ ਸੋਨੇ ਦਾ ਛਤਰ ਮਾਤਾ ਦੇ ਭੇਟਾ ਕਰਕੇ, ਉਹ ਪ੍ਰੇਮੀ ਬੰਦਾ ਸੀ, ਸਾਰੇ ਧਰਮਾਂ ਦਾ ਸਤਿਕਾਰ ਕਰਦਾ ਸੀ। ਪਰ ਕਹਿੰਦੇ ਜਦੋਂ ਗੁਰੂ ਅਮਰਦਾਸ ਦੀ ਡਿਓੜੀ ਤੇ ਆ ਕੇ ਆਪਣੇ ਪੈਰ ਰੱਖੇ, ਏਦਾਂ ਲੱਗਾ ਜਿਵੇਂ ਪੈਰਾਂ ਤੋਂ ਲੈ ਕੇ ਤਾਂ ਨੂੰ ਕੋਈ ਝਰਨਾਟ ਫਿਰਦੀ ਹੈ। ਤੇ ਫਿਰ ਅਗਲੇ ਪਾਸੇ ਦੇਗ ਪ੍ਰਸ਼ਾਦ ਵੰਡ ਰਹੇ ਸੀ। ਕਹਿੰਦਾ ਇਹ ਹਲਵਾ, ਕਹਿੰਦੇ ਜੀ ਪ੍ਰਸਾਦ ਗੁਰੂ ਦਾ, ਜੋ ਇਤਿਹਾਸ 'ਚ ਲਿਖਿਆ। ਤੇ ਉਹ ਆਪਣੇ ਵਜ਼ੀਰੇ ਆਲਮ ਨੂੰ ਕਹਿੰਦਾ ਵੀ ਇਹ ਬੁੱਢਿਆਂ ਵਾਸਤੇ ਆ, ਇਹ ਬੜਾ ਨਰਮ, ਬੜਾ ਕੂਲਾ ਕੂਲਾ, ਇਹ ਤਾਂ ਚਿੱਥਣ ਦੀ ਲੋੜ ਨਹੀਂ ਆ, ਇਹ ਬਜ਼ੁਰਗਾਂ ਵਾਸਤੇ ਹਲਵਾ। ਕਹਿੰਦੇ ਨਹੀਂ ਜੀ, ਇਹ ਬਜ਼ੁਰਗਾਂ ਵਾਸਤੇ ਨਹੀਂ ਹੈ, ਇਹ ਗੁਰੂ ਨਾਨਕ ਸਾਹਿਬ ਇਹਨਾਂ ਸਿੱਖਾਂ ਨੂੰ ਪ੍ਰਸ਼ਾਦ ਕੜਾਹ ਸ਼ਬਦ ਕਹਿ ਕੇ ਨਵਾਜਿਆ। ਇਹ ਆਪਾਂ ਦੇਖ ਕਰਾਉਣੇ ਨਾ ਸਾਰੇ। ਕਹਿੰਦੇ ਗੁਰੂ ਨਾਨਕ ਸਾਹਿਬ ਇਹਨਾਂ ਦੇ ਮੁਰਸ਼ਦੇ ਕਾਮਲ ਨੇ ਇਹਨਾਂ ਨੂੰ ਦਿੱਤੀ ਦੇਗ, ਵੀ ਜਿਹੜਾ ਸਿਰ ਝੁਕਾਵੇ ਉਹਨੂੰ ਛਕਾਓ ਦੇਗ, ਤੇ ਜਿਹੜਾ ਸਿਰ ਚੁੱਕ ਕੇ ਆਵੇ ਤੇ ਉਹਨੂੰ ਛਕਾਓ ਤੇਗ। ਤੇਗ ਦੇਗ ਤੇਗ ਜੱਗ ਮੈਂ ਦੋ ਚਲੇ। ਜੇ ਤੇ ਕੋਈ ਹੱਥ ਜੋੜ ਕੇ ਆਉਂਦਾ ਵਾ ਤੇ ਉਹਨੂੰ ਦੇਗ ਛਕਾ ਦਿਓ, ਤੇ ਜੇ ਕੋਈ ਮੁੱਕੀ ਵੱਟ ਕੇ ਆਉਂਦਾ ਉਹਨੂੰ ਤੇਗ ਛਕਾ ਦਿਓ। ਦੋਵੇਂ ਚੀਜ਼ਾਂ ਨੇ ਮੇਰੇ ਨਾਨਕ ਦੇ ਘਰ, ਵੀ ਤੂੰ ਹੱਥ ਜੋੜ ਕੇ ਆਇਆ ਵਾ ਤੇ ਤੈਨੂੰ ਦੇਗ ਛਕਾਉਣੀ ਆ। ਇਹ ਪ੍ਰਸ਼ਾਦ ਆ ਗੁਰੂ ਘਰ ਦਾ। ਉਹ ਮੈਂ ਅੱਗੇ ਕੀ ਵਿਰਾਸਤਾ ਹੁੰਦਾ, ਤੁਸੀਂ ਕਈ ਵਾਰੀ ਆਉਣੇ ਦਾ ਵੀ ਪੁਰਾਣਾ ਸਮਾਂ ਸੀ, ਪਿਆਰ ਸੀ ਗੁਰੂ ਨੂੰ। ਦਾਦੀ ਅੰਮਾ ਨੇ ਪ੍ਰਸ਼ਾਦ ਲੈ ਕੇ ਜਾਣਾ ਗੁਰਦੁਆਰਿਓਂ, ਤੇ ਬੱਚੇ ਵੀ 7-8 ਹੁੰਦੇ ਸੀ। ਹੁਣ ਤੇ ਸੁੱਖਣਾ ਇੱਕੋ ਹੀ ਆ, ਇੱਕ ਹੀ ਪਾਲ ਲਈਏ, ਬੜੇ ਜਵਾਨ ਆ, ਚੀਕਾਂ ਨਿਕਲੀਆਂ ਪਈਆਂ, ਪੜ੍ਹਾਈ ਬੜੀ ਮਹਿੰਗੀ ਹੈ, ਖਰਚੇ। ਅੱਗੇ 7-7 ਬੱਚੇ ਹੁੰਦੇ ਸੀ, 8-8। ਉਹ ਦਾਦੀ ਮਾਂ ਨੇ ਕੌਲੀ ਰੱਖਣੀ, ਮਗਰੋਂ ਕੌਲੀ ਕਿਧਰੇ ਜਾਣੀ ਤੇ ਫੁੱਲੀਆਂ ਕਿਧਰੇ ਜਾਣੀਆਂ। ਲੜ ਪੈਂਦੇ ਹੁੰਦੇ ਸੀ ਪ੍ਰਸ਼ਾਦ ਛਕਣ ਤੋਂ। ਇਹ ਗੁਰੂ ਦੀਆਂ ਮਿਹਰਾਂ ਸੀ। ਅੱਜ ਕੀ ਹੁੰਦਾ, ਅੱਜ ਮਾਂ ਨੇ ਪ੍ਰਸ਼ਾਦ ਲੈ ਗਈ, ਉੱਲੀ ਲੱਗ ਗਈ ਪ੍ਰਸ਼ਾਦ ਨੂੰ, ਪਰ ਕਿਸੇ ਨੇ ਛਕਿਆ ਨਹੀਂ। ਕਈ ਬੱਚੇ ਨਾ ਲੈਪਟਾਪ ਲੈ ਕੇ ਬੈਠੇ, ਉਹ ਦਾਦੀ ਵਿਚਾਰੀ ਕਮਰੇ 'ਚ ਜਾਂਦੀ, ਬੇਟਾ ਗੁਰੂ ਘਰ ਆਈ ਪ੍ਰਸ਼ਾਦ। ਦਾਦੀ ਮਾਂ ਉੱਥੇ ਰੱਖ ਦੋ, ਮੇਰਾ ਦਿਲ ਨਹੀਂ ਕਰਦਾ, ਤਾਂ ਭੱਸ ਕੇ ਖਾਣ ਨੂੰ ਕਰਦਾ। ਆਖੋ ਸਤਿਨਾਮ, ਮਾਫ ਕਰਿਓ। ਅੱਜ ਤਾਈਓ ਨਹੀਂ ਗੁਰੂ ਗ੍ਰੰਥ ਸਾਹਿਬ ਕੋ ਬਹਿਣ ਨੂੰ ਜੀ ਕਰਦਾ ਕਿਸੇ ਦਾ। ਕਥਾ ਕੀਰਤਨ ਵਧੀਆ ਨਹੀਂ ਲੱਗਦਾ, ਤੇ ਕਲਾਕਾਰਾਂ ਦੀ ਕਬਰ ਤੇ ਪੈਸੇ ਟੇਕ ਕੇ ਆਏ ਵੀ ਸੁਣਾਓ ਹੋਰ ਗੀਤ ਸੁਣਾਓ। ਤੇ ਇਸ ਕਰਕੇ ਮੇਰੇ ਪਾਤਸ਼ਾਹ ਦੀਆਂ ਰਹਿਮਤਾਂ ਗਵਾਲੀਆਂ ਜੀ। ਪਹਿਲੀ ਵਾਰ ਅਕਬਰ ਆਇਆ, ਬੋਲੋ ਸਤਿਨਾਮ ਵਾਹਿਗੁਰੂ। ਉਹਦੀ ਨਿਗਾਹ ਪਈ ਪ੍ਰਸ਼ਾਦ ਤੇ, ਕਹਿੰਦਾ ਮੈਂ ਵੀ ਛਕ ਸਕਦਾ। ਕਹਿੰਦੇ ਜ਼ਰੂਰ। ਇਤਿਹਾਸ ਕਹਿੰਦਾ ਜਦੋਂ ਉਹਨੇ ਛਕਿਆ ਨਾ ਪਹਿਲਾ ਗਫਾ, ਇੰਨਾ ਆਨੰਦ ਵਰਤ ਗਿਆ, ਕਹਿੰਦਾ ਕਮਾਲ ਹੈ।
मेरी रसोई दे विच किन्ने तरह के बंदे बनाउण वाले, मेरी रसोईए किन्नियां भस्मां, कई कुछ सोने दे, पित्तल दे, सरबलोह दे, जो भी दुनिया का सारा उहदे कोल सी। घर कहंदा जिन्ना रस इस प्रसाद दे विचों आया मैनूं ते कदे आया ही नहीं। इतिहास कहंदा मैं फेर लै सकदा। 3 वारी प्रसाद लिया अकबर ने। कौन सी अकबर? उच्ची बोलो। हिंदुस्तान दा बादशाह सी। आपां ते कोई 4 किले वाला, कोई 20 वाला, वो इदों उत्ते नहीं जे। ये घर किन्ना वास्ते? ये नहीं आपां कह दिंदे जी ये घर गरीबां वास्ते। इतिहास पढ़ के वेखो, इत्थे बड़े बड़े दुनिया दे झुकना ही पैंदा। इत्थे राजे ते राणियां नूं मिलदा है मान, इत्थे नीवें निताणियां नूं नागां दी आत्मा नूं आउंदा है सरूर। इत्थे कालख दिलां दी धोंदा नानक दा नूर। इत्थे 3 गफ्फे छके ने अपने आप नूं दुनिया दा बादशाह कहण वाला। कहंदा इन्हां दा बाबा कित्थे बहिंदा? कहंदे ओ सामने जिथे संगत जुड़ी है ना, उत्थे इन्हां दे बाबे दे दर्शन होने। अज भी हो रहे आ गुरु ग्रंथ साहिब जी दे। तो महाराज सच्चे पातशाह दे दीदार कीते ते भावना दे नाल अगे आ रहा है। मेरा मन लोचै, मेरा मन लोचै, मेरा मन लोचै, मेरा मन लोचै। गुर दर्शन ताई, गुर दर्शन ताई, गुर दर्शन ताई, गुर दर्शन ताई। मेरा मन लोचै, मेरा मन लोचै, मेरा मन लोचै, मेरा मन लोचै। गुर दर्शन ताई, गुर दर्शन ताई, गुर दर्शन ताई, गुर दर्शन ताई। जदों महाराज के दर्शन कीते ना, ऐसा आनंद आया, महाराज के दर्शन करते ही रह गया। इतिहास अपने हुण बच्चे पढ़ते नहीं, करिए ते ना हुण जिहड़ियां किताबां लगियां जवाकां नूं इन्हां च कोई इतिहास दीदा ही है। बस माया दा पहरा रह गया भी, हाई फाई काम चलन दिया किताबां दा। ते सारे पासे इक्को ही विशा वा अपने सारियां दा भी, बस किस तरह माया आ जाए। ਉਹਦੇ मगर ਜਾਂਦਿਆਂ सारा कुछ ही गवा लिया। तो इस करके जो इतिहास पढ़ांगे तो पता लगता भी आनंद आनंद सब को कहे। मैं कथा इत्थों शुरू की सी भी अपने बहुत वड्डे, क्यों वड्डे कि आपां नूं गुरु साहिब जी ने गोदी च पाया। बहुत महंगी थां है राए बुलार, 36,000 किले का मालक है। 750 मारे नूं मत्था टेक के ते उन्हें भी इहो ही कहा। मारे कहंदे बापू हुण असीं चले सुल्तानपुर ते कुछ मंग ला। कहंदे महाराज इक्को चीज़ मंगनी आ, मैनू अपनी गोदी च ना बैण जोगा। ये हस पे गुरु नानक साहिब कहंदे 36,000 किला तू बली फिरदा। ये चीज़ कोई भी नहीं मंगन दिया। हुण गुरुद्वारे आ गए जो इत्थे इत्थे है ना, उही आपां मंगदे आ। ते राए बुलार रज्जिया बंदा सी, रज्जिया राजा सी, रज्जिया कोई कमी नहीं घर दे विच। ते हथ जोड़ के कहंदा बाबा आपदे कोल बहन जोगी थां दे दे। ਉਹ सिखो ਤੁਹਾਨੂੰ गुरु ने किन्नी थां दित्ती, तुसीं बहिंदे ही नहीं। मत्था टेक के भज के बाहर नूं जाने हैं। गुरु साहब कहंदे आवो सिख। किन्ना सोहनी आवाज़ मारदा तुहाडा गुरु। हुण दीवा जगदा ते पतंगा आपे आ जांदा, ਉਹਨੂੰ ਸੱਦਾ नहीं भेजदा। फुੱਲ खिड़दा भौरा आपे आ जांदा है। चंद्रमा चढ़दा चकोर
ਆਪੇ ਆ ਜਾਂਦੀ ਹੈ। ਕੰਢੇ ਹੇੜੇ ਦਾ ਸਾਜ਼ ਵੱਜਦਾ ਤੇ ਹਿਰਨ, ਪਰ ਉਹਨਾਂ ਦਾ ਪਿਆਰਾ ਉਹਨਾਂ ਨੂੰ ਮੌਤ ਦਿੰਦਾ, ਮੌਤ। ਤੇ ਪਰ ਤੁਹਾਡਾ ਪਿਆਰਾ ਕਹਿੰਦਾ ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਤੇ ਜਿਹੜਾ ਆ ਕੇ ਬਹਿ ਗਿਆ ਝੋਲੀ ਭਰ ਕੇ ਲੈ ਗਿਆ। ਜਿੰਨੇ ਵੀ ਆਏ ਲੈ ਕੇ ਗਏ। ਅਕਬਰ ਆਇਆ ਲੈ ਗਿਆ। ਰਾਏ ਬੁਲਾਰ ਨੇ ਆਖਿਆ ਮਹਾਰਾਜ ਮੈਨੂੰ ਥਾਂ ਦੇ ਦਿਓ, ਪੀੜੀ ਜਿੰਨੀ। ਮਹਾਰਾਜ ਕਹਿੰਦੇ ਤੂੰ ਪਿਆਰ ਕੀਤਾ ਦਰਵਾਜ਼ੇ ਖੋਲ ਦਾਂਗੇ। ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ। ਉਹ ਮਾਲਕ ਦਿਆਲ ਹੋਇਆ ਸੀ। ਇਸੇ ਤਰ੍ਹਾਂ ਡੱਲਾ ਚੌਧਰੀ, ਉਹ ਵੀ ਕਿੰਨੀ ਜ਼ਮੀਨ ਦਾ ਮਾਲਕ ਸੀ। ਬਾਪੂ ਕਲਗੀ ਵਾਲੇ ਨੂੰ ਕਹਿੰਦਾ ਪਾਤਸ਼ਾਹ ਇੱਕ ਮੈਨੂੰ ਬਚਨ ਦਿਓ। ਮਾਰੇ ਕਹਿੰਦੇ ਕੀ ਚਾਹੀਦਾ ਸੀ? ਇੰਨਾ ਕੋਈ ਤੇ ਹੈਗਾ? ਕਹਿੰਦੇ ਪਾਤਸ਼ਾਹ ਇੱਥੇ ਇੱਥੇ ਹੀ ਆ, ਤੇ ਅੱਧੀ ਕੁ ਹੋ ਗਈ, ਅੱਧੀ ਕੁ ਰਹਿ ਗਈ ਆ, ਤੇ ਮੈਨੂੰ ਪੀੜੀ ਜਿੰਨਾ ਥਾਂ ਦੇ ਦੇ। ਤੇ ਮਾਰੇ ਕਹਿੰਦੇ ਭੱਜ ਆ ਇੱਥੋਂ, ਪੀੜੀ ਨਹੀਂ ਮਿਲਣੀ। ਕਹਿੰਦੇ ਮਾਰੇ ਕਿਉਂ ਘਾਟਾ ਕੋਈ ਤੁਹਾਨੂੰ? ਕਹਿੰਦੇ ਤੂੰ ਨਗੁਰਾ ਵਾ, ਨਗੁਰੇ ਨੂੰ ਨਹੀਂ ਵੜਨ ਦੇਣਾ ਉੱਥੇ। ਸਤਿਗੁਰੂ ਬਾਝੋਂ ਗੁਰ ਨਹੀਂ ਕੋਈ, ਨਿਗੁਰੇ ਕਾਹੇ ਨਾਮ ਬੁਰਾ। ਗੁਰੂ ਵਾਲਾ ਬਣ ਜਾ। ਵਾਹਿਗੁਰੂ 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 ਸ਼ੁਕਰ ਕਰਿਆ ਕਰੋ, ਇਹ ਜਗ੍ਹਾ ਦੀ ਕਦਰ ਕਰਿਓ। ਮਹਾਰਾਜ ਸੱਚੇ ਪਾਤਸ਼ਾਹ ਅਗੇ ਅਰਦਾਸ ਕਰਿਆ ਕਰੋ, ਮਹਾਰਾਜ ਭਾਵੇਂ ਸਾਰਾ ਕੁਝ ਖੋਲੀ ਪਰ ਆਪਣੇ ਚਰਨਾਂ 'ਚ ਜਗ੍ਹਾ ਨਾ ਖੋਈ। ਬਾਕੀ ਸਰ ਜਾਣਾ ਕੋਈ ਨਹੀਂ, ਦਿਨ ਮਾੜੇ ਚੰਗੇ ਲੰਘ ਜਾਣੇ। ਚੋਪੜੀ ਖਾ ਲਓ, ਅੱਧੀ ਸੁੱਕੀ ਖਾ ਲਓ। ਮਹਾਂਪੁਰਖ ਕਹਿੰਦੇ ਹੁੰਦੇ ਤੇ ਬੰਦੇ ਦੀ ਭੁੱਖ ਆ। ਤੁਸੀਂ ਇੱਕ ਵਾਅਦਾ ਕਰ ਲਓ 5 ਦਿਨ 4 ਨਾਲ ਰੋਟੀ ਖਾਓ, ਹੋਣਾ ਤੁਹਾਨੂੰ ਫੇਰ ਵੀ ਕੁਛ ਨਹੀਂ ਹੈ, ਚੜ੍ਹਦੀ ਕਲਾ 'ਚ ਰਹਿਣਾ। ਤੇ 5-6 ਦਿਨ 36 ਪਦਾਰਥ ਖਾ ਲਓ, ਹੋਣਾ ਫੇਰ ਵੀ ਕੁਛ ਨਹੀਂ। ਇੰਨਾ ਹੋ ਸਕਦਾ ਵੀ ਸੁੱਕੀ ਖਾਣ ਵਾਲਾ ਰਾਜੀ ਰਹੂ, ਦੂਜਾ ਬਿਮਾਰ ਹੋ ਜਾਊਗਾ। ਤੇ ਹੁਣ ਵੈਸੇ ਵੀ ਸਮਾਂ ਇੱਦਾਂ ਦਾ ਆ ਗਿਆ, ਜਿਹੜੇ ਬਾਬੇ ਦੇ ਬੋਲ ਸੀ ਨਾ ਹੁਣ ਮੰਨਣੇ ਪੈਣੇ। ਹੁਣ ਬਾਬਾ ਕਹਿੰਦਾ ਰੁੱਖੀ ਸੁੱਖੀ ਖਾਏ ਗਏ। ਤੇ ਹੁਣ ਬਚਣਾ ਹੀ ਉਹਨਾਂ ਲੋਕਾਂ ਨੇ ਜਿਹੜਾ ਆਪਦਾ ਖਾਣਾ ਸਾਦਾ ਕਰ ਲੈਣਗੇ। ਸਾਰਾ ਕੁਝ ਜ਼ਹਿਰ ਹੁੰਦਾ ਜਾਂਦਾ, ਜਿੰਨਾ ਸੰਕੋਚ ਕਰ ਲਓਗੇ ਉਨਾ ਹੀ ਬਚ ਜਾਓਗੇ। ਤੋ ਮਹਾਰਾਜ ਸੱਚੇ ਪਾਤਸ਼ਾਹ ਨੂੰ ਸੱਦਾ ਆਇਆ ਹੁਣ, ਖਾਣ ਪੀਣ ਦੀ ਕਥਾ ਚੱਲਣ ਦੀ ਹੈ। ਮਲਕ ਭਾਗੋ ਦੇ ਚਾਕਰ ਨੇ ਆਖਿਆ ਵੀ ਬਾਬਾ ਸਾਰਾ ਪਿੰਡ ਉੱਥੇ ਆਉਣਾ ਵਾ ਮਲਕ ਦੇ ਘਰ, ਤੇ ਤੂੰ ਵੀ ਆਉਣਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿੰਨਾ ਕਿੰਨਾ ਨੂੰ ਸੱਦਿਆ ਜੀ? ਕਹਿੰਦੇ ਖੱਤਰੀ, ਬ੍ਰਾਹਮਣ, ਸੂਰ ਤੇ ਵੈਸ਼ ਸਾਰੇ ਹੀ ਆਏ, ਚਾਰੇ ਵਰਨੀ। ਮਹਾਰਾਜ ਕਹਿੰਦੇ ਫਿਰ ਮੈਂ ਨਹੀਂ ਆਉਣਾ। ਕਹਿੰਦੇ ਬਾਬਾ ਤੂੰ ਕਿਉਂ ਨਹੀਂ ਆਉਣਾ? ਮਹਾਰਾਜ ਕਹਿੰਦੇ ਨਾ ਮੈਂ ਬ੍ਰਾਹਮਣ ਹਾਂ, ਤੇ ਨਾ ਮੈਂ ਖੱਤਰੀ ਹਾਂ, ਤੇ ਨਾ ਮੈਂ ਸ਼ੂਦਰ, ਤੇ ਨਾ ਮੈਂ। ਉਹਨੂੰ ਗੁੱਸਾ ਆਇਆ, ਕਹਿੰਦਾ ਫਿਰ ਬਾਬਾ ਸੱਚਾ ਹੀ ਲੋਕ ਤੈਨੂੰ ਕਹਿੰਦੇ ਕੁਰਾਈਆ ਹੀ ਆ, ਇਹਦਾ ਕੋਈ ਦੀਨ ਧਰਮ ਨਹੀਂ ਹੈ। ਇੰਨਾ ਬਚਨ ਕਹਿ ਕੇ ਮਹਾਰਾਜ ਉਜਾੜ ਨੂੰ ਤੁਰਦੇ ਗਏ। ਉਹ ਸੱਦਾ ਦੇਣ ਵਾਲਾ ਵਾਪਸ ਤੁਰ ਗਿਆ। ਬ੍ਰਹਮ ਭੋਜ ਤਿਨ ਅਧਿਕ ਬਨਾਵਾ, ਊਚ ਨੀਚ ਸਭ ਸਦਨ ਅਲਾਵਾ। ਜਿਹੜਾ ਬ੍ਰਹਮ ਭੋਜ ਬਣਿਆ ਸੀ, ਉਹ ਕਹਿੰਦੇ ਹਨ ਬਹੁਤ ਖੁੱਲਾ, ਵੱਡੇ ਵੱਡੇ ਪਤੀਲੇ ਭਰ ਕੇ ਮਲਕ ਭਾਗੋ ਨੇ ਬਣਾਏ। ਤੇ ਊਚ ਨੀਚ ਸਾਰੇ ਲੋਕ, ਵੱਡੇ ਛੋਟੇ, ਕਾਲੇ ਗੋਰੇ, ਲੰਗੇ ਲੂਲੇ, ਜਿੰਨੇ ਵੀ ਰੜ ਰੁੜ ਕੇ ਗਏ ਸਾਰੇ ਉੱਥੇ ਪਹੁੰਚ ਗਏ। ਕਰਿਓ ਜਾਏ ਕਰ ਖਾਨੇ ਆਹਾਰਾ, ਅਨਿਕ ਭਾਂਤ ਕਰ ਜੋ ਸਵਾਰਾ। ਕਹਿੰਦੇ ਫਿਰ ਲੈਣਾ
ਲਾ ਲਾ ਕੇ ਬੈਠ ਗਏ ਨੇ। ਸਵਾਦੀ ਪੂੜੀਆਂ ਜਲੇਬੀਆਂ ਕਈ ਕੁਝ ਨੇ ਤਿਆਰ ਕੀਤਾ ਹੈ। ਤੇ ਮੇਰੇ ਵਰਗੇ ਤੁਹਾਡੇ ਵਰਗੇ ਸਿੱਖਾਂ ਦਾ ਪਿਆਰ ਵੇਖਣਾ ਹੋਵੇ ਨਾ, ਜੋੜ ਮੇਲੇ 'ਚ ਲੰਗਰ 'ਚ ਵੇਖਿਓ। ਅਜੇ ਵੀ ਮੈਨੂੰ ਯਾਦ ਹੈ ਬੇਰ ਸਾਹਿਬ ਜੋੜ ਮੇਲਾ, ਤੇ ਲੰਗਰ ਦਾ ਬੂਹਾ ਵੱਜ ਜਾਂਦਾ ਨਾ, ਤੇ ਉਹ ਜਦੋਂ ਬੂਹਾ ਖੁੱਲਦਾ ਉਹ 2-3 ਬੁੱਢੇ ਥੱਲੇ ਆ ਗਏ, ਦੁਨੀਆ ਉੱਤੋਂ ਦੀ ਲੰਘੀ। ਇਹਨੂੰ ਸਿੱਖ ਕਹਿੰਦੇ ਆ। ਇਹ ਕੌਮ ਤੇ ਉਹ ਸੀ ਵੀ ਜਿੱਦਾਂ ਆਪ ਜੀ ਨੇ ਪੜ੍ਹਿਆ ਸੀ ਨਾ, ਪਰਸੋਂ ਚੌਥ ਸੁਣਾਇਆ ਵੀ ਮਨਸੂਰ ਨੂੰ ਪੁੱਛਿਆ ਸੂਲੀ ਤੋਂ ਪਹਿਲਾਂ ਵੀ ਦਾਨ ਦੀ ਹੱਦ ਕਿੱਥੋਂ ਤੱਕ ਆ, ਤੇ ਉਹਨੇ ਆਖਿਆ ਪਹਿਲਾਂ ਕੁਝ ਛਕੇਗਾ ਫਿਰ ਦੱਸੂ। ਕਹਿੰਦਾ ਛਕਾਓ। ਆਪਣੀ ਜੇਬ 'ਚੋਂ ਰੋਟੀ ਦਾ ਟੁਕੜਾ ਕੱਢ ਕੇ ਦਿੱਤਾ। ਉਹ ਆਕੜਿਆ ਪਿਆ ਸੀ, ਸੁੱਕਾ ਹੋਇਆ, ਤੇ ਕਹਿਣ ਲੱਗਾ ਇਹ ਕਿੱਥੋਂ ਆਇਆ? ਕਹਿੰਦਾ ਮੇਰੇ ਮਿੱਤਰ ਨੇ ਦਿੱਤਾ ਸੀ, ਪਰ ਮੈਂ ਸੋਚਿਆ ਮੈਂ ਕਿਹੜਾ ਰਹਿਣਾ। ਜਦੋਂ ਆਪਾਂ ਰਹਿਣਾ ਹੀ ਨਹੀਂ ਤੇ ਟੁਕੜਾ ਕਿਸੇ ਹੋਰ ਨੂੰ ਦਿੰਨੇ ਜਿਹਨੇ ਜੀਣਾ ਵਾ, ਜਿਹਦੀ ਲੋੜ ਉਹਨੂੰ ਦੇਣਾ। ਇਹਨੂੰ ਕਹਿੰਦੇ ਦਾਨ ਦੀ। ਅਸੀਂ ਤੇ ਮੰਜੇ ਤੇ ਡਾਕਟਰ ਕਹਿ ਵੀ ਦੇਵੇ ਵੀ ਤੂੰ 7 ਦਿਨਾਂ ਨੂੰ ਮਰ ਜਾਣਾ, ਤੇ ਬੰਦਾ ਕਹਿੰਦਾ ਜੋ ਵੱਜਦਾ ਛਕ ਲਓ ਆਪੋ 7। ਅਸੀਂ ਇਦਾਂ ਦੇ ਆ ਵੀ ਚੱਕ ਦਿਓ ਫੱਟੇ। ਸਾਡੀ ਸੋਚ ਨੈਗੇਟਿਵਿਟੀ ਹੈ, ਭਲਾ ਨਹੀਂ ਸੋਚ ਸਕਦੇ ਅਸੀਂ। ਸਾਰੀ ਜ਼ਿੰਦਗੀ ਨਹੀਂ ਸੋਚਿਆ, ਹੁਣ ਕਿੱਥੋਂ ਸੋਚਣਾ। ਮੰਨ ਲਓ ਡਾਕਟਰ ਨੇ ਜਵਾਬ ਦੇਤਾ ਨਾ, ਕਈ ਬੁੱਢੇ ਬੁੱਢੀਆਂ ਇੱਦਾਂ ਦੇ ਵੇਖੇ ਵੀ ਜਿਨ੍ਹਾਂ ਦਾ ਲੱਖਾਂ ਰੁਪਈਆ ਬੈਂਕ 'ਚ, ਡਾਕਟਰ ਨੇ ਕਹਿਤਾ ਇਹਦੀ ਸੇਵਾ ਕਰ ਲਓ, ਇਹਨੇ ਬਚਣਾ ਨਹੀਂ। ਤੇ ਉਹਨੂੰ ਪਤਾ ਵੀ ਹੈ ਬੀਬੀ ਨੂੰ ਭਾਪੇ ਨੂੰ ਵੀ ਮੈਂ ਬਚਣਾ ਨਹੀਂ ਆ। ਅਜੇ ਵੀ ਨਹੀਂ ਕਹਿਣ ਦਿਆ ਉਹ ਜਿਹੜੇ 7 ਦਿਨ ਹੈਗੇ ਮੈਨੂੰ ਲੰਗਰ 'ਚ ਲੈ ਜਾਓ, ਉੱਥੇ ਮੈਨੂੰ ਕੁਰਸੀ ਤੇ ਬਿਠਾ ਦਿਓ ਤੇ ਮੇਰੇ ਸਾਹਮਣੇ ਮੇਰੀ ਮਾਇਆ ਦਾ ਸੰਗਤ ਨੂੰ ਛਕਾ ਦਿਓ। ਉਹਨੂੰ ਪਤਾ ਵੀ ਉਹ ਇੱਦਾਂ ਦੀ ਅੰਦਰ ਬੈਠ ਗਈ ਨਾ ਚੀਜ਼ ਮੋਹ ਦੀ। ਉਹ ਕਹਿੰਦਾ ਪੁੱਤ ਮੈਂ ਮਰ ਤੇ ਜਾਣਾ, ਪੈਸੇ ਧਿਆਨ ਨਾ ਵਰਤਿਓ। ਵੇਖ ਮੋਹ ਪਾਇਆ। ਕਈ ਬੰਦੇ ਇੱਦਾਂ ਦੇ ਵੀ ਹੈਗੇ ਜੀ, ਕਿੰਨੇ ਕੁ ਗਿਰੇ। ਉਹ ਕਹਿਣਗੇ ਜਦੋਂ ਮੈਂ ਮਰ ਗਿਆ ਤੇ ਮੇਰੇ ਭੋਗ ਤੇ ਚੰਗੀ ਤਰ੍ਹਾਂ ਪ੍ਰੋਗਰਾਮ ਕਰਿਓ। ਇੰਨਾ ਮੋਹ ਦੇ ਵਿੱਚ ਭਿੱਜਾ ਪਿਆ ਬੰਦਾ, ਛੱਡ ਕੇ ਜਾਣ ਨੂੰ ਜੀ ਕਰਦਾ ਟੱਬਰ। ਮਰਨ ਤੋਂ ਬਾਅਦ ਵੀ ਚੌਧਰ ਭਾਲਦਾ, ਕਹਿੰਦਾ ਸਾਰੇ ਇਲਾਕੇ ਨੂੰ ਸੱਦਿਓ, ਮੰਤਰੀ ਸੱਦਿਓ, ਚੰਗੀ ਤਰ੍ਹਾਂ ਕਰਾਇਓ, ਮੈਂ ਕਮਾਈ ਕੀਤੀ। ਮਾਰੇ ਕੇ ਹੱਸਦੇ ਹੋਣੇ ਵੀ ਇਹ ਕਰਨ ਕੀ ਦਿਆ। ਤੇ ਇਸ ਕਰਕੇ ਮਾਰੇ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਦੀ ਦਇਆ ਵਰਤੀ। ਕਹਿੰਦੇ ਉਧਰੋਂ ਖਾਣਾ ਪਾਣੀ ਜਿਹੜਾ ਵਰਤ ਰਿਹਾ ਹੈ, ਤੇ ਜਿਹੜੇ ਆਪਣੇ ਵਰਗੇ ਸਨ ਉਹ ਸਾਰੇ ਬੈਠ ਕੇ ਛਕ ਰਹੇ ਹਨ। ਕਰਿਓ ਜਾਏ ਕਰ ਖਾਨ ਆਹਾਰਾ, ਅਨਕ ਪਾਤ ਕਰ ਜੋ ਸਵਾਰਾ। ਕਹਿੰਦੇ ਬੜੇ ਤਰ੍ਹਾਂ ਦੇ ਭੋਜਨ ਬਣਾਏ। ਇੱਕ ਚੀਜ਼ ਯਾਦ ਆ ਗਈ ਭੋਜਨ ਤੋਂ, ਇਹ ਲਿਖ ਲਿਆ ਕਰੋ। ਸੱਚ ਜੇ ਤੁਹਾਡੇ 'ਚ ਬਜ਼ੁਰਗ ਬੈਠੇ, ਪੁਰਾਤਨ ਜਨਮ ਸਾਖੀ 'ਚ ਮੈਂ ਇਤਿਹਾਸ ਪੜ੍ਹਿਆ। ਉਹ ਚੀਜ਼ ਨੂੰ ਆਪਾਂ ਬਹੁਤੇ ਵਿਦਵਾਨ ਕਹਿੰਦੇ ਜੀ ਉਹ ਤੇ ਹੈ ਨਹੀਂ ਆ, ਨਾ ਹੋਵੇ, ਪਰ ਉਹਦੇ 'ਚ ਇੱਕ ਸੱਚਾਈ ਲਿਖੀ ਜੇ ਬੜੀ ਕੌੜੀ, ਕਈ ਵਾਰੀ ਸੁਣਾਈ ਵੀ ਹੈ। ਉੱਥੇ ਲਿਖਿਆ ਵਾ ਵੀ ਕਲਯੁਗ ਦਾ ਤੇ ਗੁਰੂ ਨਾਨਕ ਦਾ ਮੇਲ ਹੋਇਆ, ਜਿਹੜਾ ਅੱਜ ਦਾ ਸਮਾਂ ਚੱਲ ਰਿਹਾ। ਜਦੋਂ ਮੇਲ ਹੋਇਆ ਤੇ ਕੀ ਵੇਖਿਆ ਜੀ, ਉਹ ਅਲਫ ਨੰਗਾ ਏ, ਕੱਪੜਾ ਨਹੀਂ ਪਾਇਆ ਕੋਈ ਉਹਨੇ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਤੈਨੂੰ ਸ਼ਰਮ ਨਹੀਂ ਆਉਂਦੀ? ਕੀ ਆਖਿਆ ਜੀ ਮਹਾਰਾਜ ਨੇ? ਉੱਚੀ ਬੋਲਿਆ ਕਰੋ, ਤੈਨੂੰ ਸ਼ਰਮ ਨਹੀਂ ਆਉਂਦੀ? ਹਾਂ ਬਿਲਕੁਲ, ਸਭ ਤੋਂ ਵੱਧ ਆਵਾਜ਼ ਆ ਜੀ। ਨਾਲੇ ਭਗਤ ਲੋਕ ਆ, ਤੁਸੀਂ ਘਰੇ ਲੜਨਾ ਹੋਵੇ ਬੋਲਦੇ, ਇੱਥੇ ਨਹੀਂ ਬੋਲਦੇ। ਬੋਲਣਾ ਮੈਨੂੰ ਪਤਾ, ਤੁਸੀਂ ਨਹੀਂ ਨਾ ਪਲ ਪਲ ਕੇ ਵਿਆਹ ਤੇ ਨਹੀਂ ਜਾਣਾ, ਤੇ ਉੱਥੇ ਮੁੜ ਕੇ ਉਹ ਕੱਪੜੇ ਪਾਉਣੇ ਦੂਜੇ ਤੇ ਬੋਲ ਹੋਏ ਕਿਵੇਂ, ਹੈਨਾ? ਇਹ ਆਪਾਂ ਗੁਰੂ ਦੀ ਗੋਦੀ 'ਚ ਬੈਠੇ ਸੱਚ ਕੌੜਾ ਲੱਗਦਾ। ਕਲਯੁਗ ਨੂੰ ਮਾਰੇ ਕਹਿੰਦੇ ਤੈਨੂੰ ਸ਼ਰਮ ਨਹੀਂ ਆਉਂਦੀ? ਤੈਨੂੰ ਕਹਿੰਦਾ ਬਾਬਾ ਮੈਂ ਕਲਾ ਦਾ ਯੁੱਗ ਹੈ, ਜਦੋਂ ਮੇਰਾ ਪ੍ਰਤਾਪ ਆਇਆ ਮੈਂ ਲੋਕਾਂ ਦੀ ਸ਼ਰਮ ਲਾ ਦੇਣੀ। ਇਹ 550 ਸਾਲ ਪਹਿਲਾਂ ਦੀ ਕਥਾ ਵਾ, ਤੁਹਾਨੂੰ ਮੈਂ ਪੋਥੀ ਦਿਖਾ ਦੂੰ ਜੇ ਕਿਸੇ ਨੂੰ ਡਾਊਟ ਹੋਵੇ। ਅਗਲਾ ਬਚਨ ਮਹਾਰਾਜ ਨੇ ਕਿਹਾ ਵੀ ਤੂੰ ਜ਼ਬਾਨ ਕਾਹਤੋਂ ਫੜੀ? ਇੱਦਾਂ ਜ਼ਬਾਨ ਫੜੀ ਸੀ। ਮਹਾਰਾਜ ਕਹਿੰਦੇ ਇਹ ਕੀ ਆ? ਉਹ ਕਹਿੰਦਾ ਵੀ ਇਹ ਮੇਰਾ ਪਹਿਲਾ ਹਮਲਾ ਕਹਿੰਦਾ ਮੈਂ ਜ਼ਬਾਨ ਤੇ ਕਰਨਾ ਵੀ ਜਦੋਂ ਮੇਰਾ ਸਮਾਂ ਜ਼ੋਰਾਂ ਦਾ ਆਇਆ ਤਾਂ ਮੈਂ ਲੋਕਾਂ ਨੂੰ ਜ਼ਬਾਨ ਦੇ ਰਸ ਦੇ ਵਿੱਚ ਬਰਬਾਦ ਕਰ ਦੇਣਾ। ਅੱਜ ਕੀ ਹੋ ਰਿਹਾ? ਅੱਜ ਆਪਾਂ ਜਦੋਂ ਪ੍ਰੋਗਰਾਮ ਤੇ ਜਾਂਦੇ ਆ ਤੇ ਉੱਥੇ ਇੰਨੇ ਤਰ੍ਹਾਂ ਦੇ ਪਦਾਰਥ ਹੁੰਦੇ, ਬੰਦਾ ਵੇਖ ਕੇ ਥੱਕ ਜਾਂਦਾ, ਖਾਣੇ ਤੇ ਦੂਰ ਦੀ ਗੱਲ ਆ।
ਵੱਡਿਆਂ ਘਰਾਂ ਦੀਆਂ ਪਾਰਟੀਆਂ ਜਿਹੜੀਆਂ ਹੁੰਦੀਆਂ ਨਾ, ਉਹ ਗਿਣੇ ਨਹੀਂ ਜਾਂਦੇ। 36 ਤਰ੍ਹਾਂ ਦੇ ਤੇ ਮੰਨੇ ਸੀ ਨਾ ਵੀ 36 ਪ੍ਰਕਾਰ ਦਾ ਭੋਜਨ। ਮੈਂ ਇੱਕ ਪਾਰਟੀ ਤੇ ਗਿਆ, ਉਸ ਪਾਰਟੀ ਦੇ ਵਿੱਚ 70 ਆਈਟਮਾਂ ਰੱਖੀਆਂ ਉਹਨਾਂ ਤੇ ਨਾਲ ਮੇਰੇ ਇੱਕ ਹੋਰ ਸੀ। ਮੈਂ ਕਿਹਾ ਇਹਨਾਂ ਨੇ ਤੇ 36 ਪ੍ਰਕਾਰ ਵੀ ਖਤਮ ਕਰ ਛੱਡਿਆ। ਉੱਤੇ ਲਿਖਿਆ ਵੀ 70 ਤਰ੍ਹਾਂ ਦੀ ਵੈਰਾਇਟੀ ਹੈ, ਜਿਹੜਾ ਮਰਜ਼ੀ ਤੁਸੀਂ, ਤੇ ਹੈ ਨਿਰੀ ਮੌਤ। ਤੇ ਇਹ ਬਚਨ 550 ਸਾਲ ਪਹਿਲਾਂ ਹੋਏ ਆ। ਹੁਣ ਨਹੀਂ ਕਿਸੇ ਪੜ੍ਹਨੇ ਤੇ ਨਾ ਕੋਈ ਪੜ੍ਹਨ ਜੋਗਾ ਰਹਿਣਾ ਹੀ ਹੈ। ਹੁਣ ਸਾਰਿਆਂ ਦੀ ਦੌੜ ਬਸ ਹੈ ਪੈਸਾ ਬਾਹਰ, ਪੈਸਾ ਇੱਥੇ, ਮਾਫ ਕਰ ਦਿਓ। ਉਹ ਪੋਥੀਆਂ ਜੰਗਾਲ ਲੱਗ ਜਾਣਾ, ਪੱਤਰੇ ਜੁੜ ਗਏ ਆ, ਪਈਆਂ ਦੇ ਕਿਸੇ ਨੇ ਖੋਲ੍ਹ ਗਏ। ਲਿਟਰੇਚਰ ਵੇਖੋ ਉੱਦਾਂ ਹੀ ਪਏ ਆ। ਨਾਲੇ ਰਹਿੰਦੇ ਖੁੰਦੇ ਸਾਡੇ ਵਾਲਿਆਂ ਵੀ ਕਹਿਤਾ ਵਾ ਵੀ ਗਾਣੇ ਸੁਣਿਆ ਕਰੋ, ਮੁਰਦਿਆਂ ਨੂੰ ਜੀਵਨ ਮਿਲਦਾ। ਆਖੋ ਸਤਿਨਾਮ। ਬੁੱਧੀ ਇਹ ਸਾਰਾ ਕੁਝ ਕਲਯੁਗ ਹੀ ਕਰਾਉਂਦੇ ਆ। ਕਿੱਡੇ ਕਿੱਡੇ ਵਿਦਵਾਨ ਵੇਖੋ, ਇਹ ਚਾਹੇ ਬੱਚੇ ਹੋਣ ਨਾ, ਉਹ ਸਰਮੌਰ ਵਿਦਵਾਨ ਆ ਸਾਡੇ ਜਿਹੜੇ ਇਹ ਗੱਲਾਂ ਕਰਨ ਦੇ, ਜਿਨ੍ਹਾਂ ਨੂੰ ਪੰਥ ਰਤਨ ਦਾ ਖਿਤਾਬ ਮਿਲਿਆ। ਤੇ ਆਪਾਂ ਉਹਨਾਂ ਨੂੰ ਸੱਦਦੇ ਰਹੇ ਸਮਾਗਮਾਂ ਵਿੱਚ ਸਰੋਪੇ ਦੇ ਕੇ ਵੀ ਇਹ ਭਾਈ ਸਾਹਿਬ ਕੀ ਹਾਲਾਤ ਬਣ ਗਏ। ਇਹ ਕੌਣ ਕਰਾਉਂਦੇ ਆ ਜੀ? ਕਲਯੁਗ। ਤੇ ਦੂਜਾ ਉਹਨੇ ਇੰਦਰੀ ਫੜੀ ਸੀ ਤੇ ਮਾਰੇ ਕਹਿੰਦੇ ਇਹ ਕੀ ਹੈ? ਕਹਿੰਦੇ ਬਾਬਾ ਜਦੋਂ ਮੇਰਾ ਸਮਾਂ ਆਇਆ ਤਬਾਹੀ ਮਚਾ ਦੂੰ। ਇਹਦੇ ਅਰਥ ਨਹੀਂ ਮੈਂ ਕਰ ਸਕਦਾ, ਮਾਫੀ ਦਿਓ, ਖੋਲ ਕੇ ਤੁਸੀਂ ਸਿਆਣੇ ਭੈਣ ਭਰਾ ਬੈਠੇ। ਅੱਜ ਉਹ ਚੀਜ਼ ਮਹਿਸੂਸ ਹੁੰਦੀ ਹੈ ਵੀ ਤੁਹਾਡਾ ਮੋਬਾਈਲ ਜਿਹੜਾ ਨਾ, ਉਹਦੇ ਵਿੱਚ 70% ਗੰਦਗੀ ਆ, 30% ਦੁਨਿਆਵੀ ਗੱਲਾਂ ਗੁੱਲਾਂ ਹੋਣਗੀਆਂ, 70% ਗੰਦ ਹੈ। ਤੇ ਹਰ ਇੱਕ ਦੇ ਕੋਲੇ ਆ ਤੇ ਬੰਦਾ ਉਹ 'ਚ ਵਿੱਚ ਵੜ ਕੇ ਵੇਖੀ ਜਾਂਦਾ। ਇਹ ਗੱਲਾਂ ਵੱਡੀਆਂ ਨੇ ਤੇ ਇੰਨਾ ਕੁ ਸਰੀਰ ਨੂੰ ਰੋਗੀ ਕਰ ਦੇਣਾ ਨਾ। ਜਿਹੜੇ ਨਿੱਕੇ ਨਿੱਕੇ ਬੱਚੇ ਆ ਨਾ 7ਵੀਂ 8ਵੀਂ ਦੇ, ਜਦੋਂ ਇਹਨਾਂ ਦਾ ਵਿਆਹ ਹੋਣਾ ਨਾ ਤੇ ਇਹਨਾਂ ਦੀ ਜ਼ਿੰਦਗੀ ਖਤਮ ਹੋ ਜਾਣੀ। ਆਪੋ ਸਾਡਾ ਮਾਫੀ ਦਿਓ। ਔਰ ਇਸੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਪਹਿਲਾਂ ਹੀ ਗਿਆਤ ਕਰ ਦਿੱਤੀ ਵੀ ਇਹ ਵਸ ਨਹੀਂ ਕਿਸੇ ਦੇ, ਬਚਨ ਹੋਏ ਸੀ ਬਾਬੇ ਨਾਲ। ਜੇ ਆਪਾਂ ਕਿਸੇ ਨੂੰ ਦਬਕਾ ਮਾਰੀਏ ਨਾ, ਦਬਕਾ ਨਹੀਂ ਮਾਰ ਸਕਦੇ, ਕਿਉਂਕਿ ਬਚਨ ਹੋਏ ਪਏ ਮਹਾਰਾਜ ਦੇ ਵੀ ਉਹਨੇ ਬਚਨ ਕੀਤੇ ਵੀ ਮੈਂ ਛੱਡਣਾ ਕੋਈ ਨਹੀਂ। ਮਹਾਰਾਜ ਕਹਿੰਦੇ ਤੂੰ ਜ਼ੋਰ ਲਾ ਲਈ, ਜਿਹੜੇ ਮੇਰੇ ਵਾਲੇ ਹੋਏ ਨਾ ਉਹਨਾਂ ਬਹਿ ਬੂ ਕੇ ਨਿਕਲ ਹੀ ਜਾਣਾ। ਤੇ ਇਸ ਕਰਕੇ ਕਹਿੰਦੇ ਕਤਾਰਾਂ ਲੱਗੀਆਂ ਨੇ, ਕਈ ਪ੍ਰਕਾਰ ਦਾ ਭੋਜਨ ਵਰਤ ਰਿਹਾ ਹੈ। ਸਿਫਤ ਹੋਏ ਬਹੁ ਸੁਜਸ ਬਖਾਨ ਹੈ, ਪੁੰਨਵਾਨ ਤਾਂ ਕੋ ਆਤਮਨ ਹੈ। ਔਰ ਕਹਿੰਦੇ ਹਨ ਕਿ ਜਿਹੜਾ ਵੀ ਛਕਦਾ ਹੈ ਨਾਲੇ ਛਕ ਕੇ ਤੇ ਜੋ ਰੱਜ ਜਾਂਦਾ ਹੈ ਤੇ ਮਲਕ ਭਾਗੋ ਨੂੰ ਕਹਿੰਦਾ ਮਲਕ ਤੂੰ ਧੰਨ ਹੈ, ਤੂੰ ਧੰਨ ਹੈ, ਤੂੰ ਹਾਂਜੀ। ਝੂਠੇ ਲਖੇ ਨਾਏ ਪਰ ਪੰਚੀ, ਜਿਨ ਵੱਡ ਅਗ ਕਰ ਮਾਇਆ ਸੰਚੀ। ਗੱਲ ਸਾਰੀ ਫੇਰ ਉੱਥੇ ਆ ਗਈ ਢਿੱਡ ਦੀ। ਮੈਂ ਕੱਲ ਵੀ ਅਰਜ਼ ਕੀਤੀ ਵੀ ਜਿੱਡਾ ਵੱਡਾ ਲਿਫਾਫਾ ਓਨਾ ਵੱਡਾ ਝੂਠ। ਮੈਨੂੰ ਕੋਈ ਮਿਲਦਾ ਨਹੀਂ ਤੇ ਮਾਰਾਂ ਤੇ ਮੈਂ ਵੀ ਆਖੋ ਸਤਨਾਮ। ਲਿਫਾਫਿਆਂ ਨੇ ਝੂਠ ਬੁਲਾਇਆ, ਹੋਰ ਇਹਨਾਂ ਨੂੰ ਕੀ ਉੱਥੇ ਕਿੰਨੀ ਕੁ ਸਿਰ ਤੇ ਤਲਵਾਰ ਰੱਖੀ। ਸਾਹਿਬਜ਼ਾਦਿਆਂ ਨੂੰ ਮਿਲਾ ਕੇ ਕਿਧਰ ਦੀ ਕਿਧਰ ਕਥਾ ਕਰੀ ਗਏ ਕਮਲੇ ਨਾ ਹੋਣ ਤੇ। ਕਿੱਥੇ ਧਰਮ ਦੀ ਜੁੱਧ ਹੋ ਰਿਹਾ ਵਾ। ਸਿਰ ਜਾਵੇ ਤੇ ਜਾਵੇ, ਮੇਰਾ ਸਿੱਖੀ ਸਿਦਕਣਾ ਜਾਵੇ, ਤੇ ਬੋਲਣ ਕਿੱਥੇ ਦੇ ਸਿਰ ਜਾਵੇ ਤੇ ਜਾਵੇ, ਮੇਰੇ ਮੂੰਹ 'ਤੇ ਦਾੜੀ ਨਾ ਹੋਵੇ। ਕਿੰਨਾ ਫਰਕ ਪੈ ਗਿਆ ਉੱਥੇ। ਤੋ ਇਸ ਕਰਕੇ ਸਾਧ ਸੰਗਤ ਜੀ, ਇਹ ਜਿਹੜਾ ਢਿੱਡ ਆ ਨਾ, ਇਹੋ ਕਰਾਉਂਦਾ ਸਭ। ਤੇ ਹੁਣ ਉੱਥੇ ਕੀ ਹੁੰਦਿਆ ਹੈਗਾ, ਕਹਿੰਦੇ ਕਵੀ ਜੀ ਕਹਿੰਦੇ ਸਿਰੇ ਦਾ ਝੂਠਾ ਤੇ ਪਾਪੀ ਬੰਦਾ ਹੈ ਮਲਕ ਭਾਗੋ। ਪਰ ਉਹਨੇ ਪਦਾਰਥ ਹੀ ਇੰਨੇ ਕਿ ਛਕਾਤੇ ਬਾਪੂ ਕਿਰਪੇ ਨੂੰ ਸਾਡੇ ਵਰਗਿਆਂ ਨੂੰ ਵੀ ਜਿਹੜਾ ਛਕਦਾ ਕਹਿੰਦਾ ਧੰਨ ਮਲਕ ਤੇਰੀ ਵੱਡੀ ਕਮਾਈ, ਧੰਨ ਮਲਕ ਤੇਰੀ ਜੈ ਜੈਕਾਰ ਹੋ ਰਿਹਾ। ਕਹਿੰਦੇ ਆਹ ਹਾ ਕਿਆ ਬਾਤਾਂ ਹੋਏ, ਇਹਦੇ ਵਰਗਾ ਦਾਨੀ ਕੋਈ ਨਹੀਂ। ਤੇ ਸਭ ਤੋਂ ਪਿਆਰਾ ਕੀ ਆ? ਢਿੱਡ। ਢਿੱਡ ਭਰ ਦਿਓ, ਜੇਬ ਭਰ ਦਿਓ, ਜੋ ਮਰਜ਼ੀ ਕਹੀ ਜਾਓ, ਆਖੋ ਸਤਨਾਮ। ਹੁਣ ਜਿਹੜੇ ਸਾਡੇ ਵਿਰੁੱਧ ਗੁਰੂਆਂ ਦੇ ਬੋਲਦੇ, ਉਹਨਾਂ ਦਾ ਢਿੱਡ ਭਰਿਆ ਅਗਲਿਆਂ ਨੇ ਤੇ ਜੇਬ ਭਰੀ ਆ। ਨਾਲੇ 50 ਗਨਮੈਨ ਦਿੱਤੇ ਆ ਵੀ ਤੁਹਾਨੂੰ ਫਿਕਰ ਨਹੀਂ ਕਰਨਾ, ਜੋ ਤੁਹਾਡੇ ਜੀ ਆਉਂਦਾ ਬੋਲਦਿਆ ਕਰੋ। ਸਿੱਖੀ ਨੂੰ ਆਪਾਂ ਰਹਿਣ ਨਹੀਂ ਦੇਣਾ। ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਸਿੱਖੀ ਦਾ ਬੂਹਾ ਬੰਦ ਕਰਨ ਵਾਲਿਆਂ ਦੇ ਆਪਣੇ ਬੂਹੇ ਬੰਦ ਹੋਵੇ, ਸਿੱਖੀ ਬਰਕਰਾਰ ਹੈ। ਉਹ ਯੋਧਾ, ਉਹ ਕੌਮ ਦਾ ਹੀਰਾ ਜਿਹਦੀ ਜੀਭ ਵੜਤੀ ਸੀ ਨਾ, ਭਾਈ ਨਿਰਮਲ ਸਿੰਘ ਚੋਲਾ ਸਾਹਿਬ, ਬਾਹਰਲੇ ਵਿਦੇਸ਼ਾਂ 'ਚ ਬੜੀ ਵੱਡੀ ਤਸਵੀਰ ਲਾਈ ਉਹਨਾਂ ਨੇ। ਉਹ ਇੱਕ ਸ਼ੇਰ ਬੋਲਦਾ, ਕਹਿੰਦਾ ਐਵੇਂ ਵਹਿਮ ਹੈ ਸਾਡਿਆਂ ਕਾਤਲਾਂ ਨੂੰ,
ਅਸੀਂ ਹੋਵਾਂਗੇ 2 ਜਾਂ 4 ਲੋਕੋ, ਮਾਰ ਮਾਰ ਕੇ ਵੀ ਜਿਹੜੀ ਮੁੱਕਦੀ ਨਹੀਂ, ਐਡੀ ਲੰਮੀ ਹੈ ਸਾਡੀ ਅਤਾਰ ਲੋਕੋ। 5 ਨਦੀਆਂ ਦੀ ਧਰਤ ਪੰਜਾਬ ਦੀ ਹੈ, ਜਿਹੜੀ ਮੌਤ ਦੀ ਹਿੱਕ ਤੇ ਹੱਸਦੀ ਏ। ਇੱਕੋ ਮਾਂ ਮੇਰੇ ਪੰਜਾਬ ਦੀ, ਜਿਹੜੀ ਪੁੱਤ ਮਰਵਾ ਕੇ ਹੱਸਦੀ ਏ। ਐਸੀਆਂ ਬਖਸ਼ਿਸ਼ਾਂ ਨੇ ਇਸ ਧਰਤੀ ਦੇ ਉੱਤੇ। ਤੋ ਇਸ ਕਰਕੇ ਕਹਿੰਦੇ ਜਦੋਂ ਪ੍ਰਸ਼ਾਦਾ ਛਕ ਰਹੇ ਮੇਰੇ ਵਰਗੇ, ਰਸ ਲੈ ਲੈ ਕੇ ਕਹਿੰਦੇ ਧੰਨ ਮਲਕ ਭਾਗੋ, ਧੰਨ ਮਲਕ ਭਾਗੋ। ਦੋਹਰਾ ਤਿਹ ਗ੍ਰਹਿ ਨੈ ਸ੍ਰੀ ਗੁਰ ਗਾਏ, ਦਿਨ ਬਤਾਏ ਉਦਿਆ। ਕਹਿੰਦੇ ਇਸ ਤਰ੍ਹਾਂ ਬ੍ਰਹਮ ਭੋਜ ਚੱਲਦਾ ਰਿਹਾ, ਦੁਨੀਆ ਖਾਈ ਜਾਂਦੀ ਹੈ, ਜਸ ਗਾਈ ਜਾਂਦੀ ਹੈ, ਦੁਨੀਆ ਖਾਈ ਜਾਂਦੀ ਹੈ। ਅੱਜ ਵੀ ਇਦਾਂ ਹੀ ਹੈ, ਗਰੀਬ ਦੇ ਘਰ ਕੋਈ ਨਹੀਂ ਜਾਂਦਾ। ਉਹ ਕਹਿੰਦੇ ਉਹਨੇ ਕੀ ਉੱਥੇ ਚੌਲ ਕੜੀ ਬਣਾਏ ਹੋਣੇ, ਇਹ ਤਗੜਾ ਭਾਵੇਂ ਸੱਦਾ ਉਹਨਾਂ ਦੇ ਵੀ ਐਵੇਂ ਚੱਲ ਜਾਈਦਾ। ਆਖੀ ਦਾ ਮੈਨੂੰ ਪਤਾ ਲੱਗਾ, ਮੈਂ ਕਿਹਾ ਇਹਨਾਂ ਨੂੰ ਖਿਆਲ ਭੁੱਲ ਗਿਆ ਨਾ, ਆਪ ਹੀ ਜਾ ਉਹਨੇ ਪਰਸੂ ਪਰਸਾ ਪਰਸਰਾਮ ਇਹ ਮਾਇਆ ਕੇ ਤੀਨ ਨਾਮ। ਸੱਚ ਹੈ, ਗਰੀਬੀ ਚ ਸੱਦੇ ਨਾ ਵੀ ਨਹੀਂ ਕੋਈ ਆਉਂਦਾ, ਤੇ ਅਮੀਰੀ ਚ ਬਿਨਾਂ ਸੱਦੇ ਤੋਂ ਹੀ ਰਿਸ਼ਤੇਦਾਰੀਆਂ ਵਾਧੂ ਨਿਕਲ ਆਉਂਦੀਆਂ ਜੀ। ਤੂੰ ਕਹਿੰਦੇ ਹਨ ਕਿ ਨਾਲੇ ਛਕੀ ਜਾਂਦੇ ਆ, ਨਾਲੇ ਜਸ ਕਰੀ ਜਾਂਦੇ ਆ। ਇੱਧਰ ਸ੍ਰਿਸ਼ਟੀ ਦਾ ਮਾਲਕ ਮੇਰਾ ਗੁਰੂ ਨਾਨਕ ਸਾਰਾ ਦਿਨ ਭੁੱਖਾ ਧਿਆਇਆ, ਚੌਂਕੜਾ ਮਾਰ ਕੇ ਉਸ ਵਣ ਦੇ ਵਿੱਚ ਸਿਮਰਨ ਪਿਆ ਕਰਦਾ ਹੈ। ਲਾਲੋ ਅਲਯਾਨ ਕੇ ਰਾਜਤ ਮਇਆ ਨਿਦਾਨ। ਜਦੋਂ ਸ਼ਾਮਾਂ ਪਈਆਂ ਹਨ, ਸੂਰਜ ਡੁੱਬਾ ਹੈ, ਤਾਰਿਆਂ ਦੀ ਲੋ ਹੋਈ ਹੈ, ਹਜੂਰ ਪਾਤਸ਼ਾਹ ਨੇ ਪਿਆਰੇ ਪਿਆਰੇ ਚਰਨਾਂ ਦੇ ਨਾਲ ਏਮਨਾਬਾਦ ਦੀ ਐਂਟਰੀ ਕੀਤੀ ਹੈ। ਹਜੂਰ ਲਾਲੂ ਦੇ ਘਰ ਆ ਬਿਰਾਜੇ ਹਨ। ਚੌਪਈ ਤਪਨ ਆਇਓ ਤਿਜ ਤੇ ਜਾਨੀ, ਦੂਤੀ ਭਾਗੋ ਨਿਕਟ ਬਕਾਨੀ। ਉਧਰ ਕਹਿੰਦੇ ਚੁਗਲੀਆਂ ਕਦੇ ਨਹੀਂ ਬਾਜ ਆਉਂਦਾ, ਤੇ ਗੱਲ ਸਭ ਤੋਂ ਵੱਧ ਗੁਰੂ ਗ੍ਰੰਥ ਸਾਹਿਬ ਨੇ ਨਿੰਦਕ ਨੂੰ ਮਾੜਾ ਕਿਹਾ। ਮਾਰੇ ਕਹਿੰਦੇ ਜਿਹੜਾ ਬੰਦਾ ਕਿਸੇ ਦੀ ਚੁਗਲੀ ਕਰਦਾ ਨਾ, ਨਿੰਦਿਆ, ਗੰਦ ਖਾਣ ਦੇ ਬਰਾਬਰ ਹੈ। ਤੇ ਨਾਲ ਹੀ ਮਾਰੇ ਕਹਿੰਦੇ ਨਿੰਦਕ ਕਾ ਮੂੰਹ ਕਾਲਾ ਹੋਆ ਦੀਨ। ਤੇ ਆਪਣਾ ਤੇ ਗੁਜ਼ਾਰਾ ਹੀ ਚੁਗਲੀ ਨਿੰਦਿਆ ਤੇ ਆ, ਸਿੱਧੀ ਗੱਲ। ਇਹਦੇ ਘਰੋਂ ਸੁਣੀ ਤੇ ਦੂਜੇ ਘਰੇ ਦਸੀ, ਦੂਜੇ ਘਰ ਆ ਜਿੰਨੇ ਵੀ ਆਪਣੇ ਰਿਸ਼ਤੇਦਾਰਾਂ ਦੇ ਵਿੱਚੇ ਮੈਂ ਨੋਟ ਕਰ ਲਿਓ ਅੱਜ ਕਥਾ। ਜਿੰਨਾ ਚਿਰ ਚਾਹ ਦਾ ਕੱਪ ਮੁੱਕਦਾ ਨਹੀਂ ਨਾ, ਰਿਕਾਰਡਿੰਗ ਲਾ ਲਿਓ ਤੇ ਬਾਅਦ ਚ ਸੁਣਿਓ ਵੀ ਉਹਨੇ ਟਾਈਮ ਚ ਕੀਤਾ ਕੀ ਅਸੀਂ। ਬਹੁਤੇ ਕਥਾ ਰੋਜ਼ ਸੁਣਨ ਵਾਲੇ ਪੱਕੇ ਨਿਤਨੇਮੀ, ਉਹ ਜਿੰਨਾ ਚਿਰ ਚਾਹ ਪੀਨੇ ਕੋਈ ਚੱਜ ਦੀ ਗੱਲ ਥੋੜਾ ਕਰਨੀ, ਅਈ ਤੇ ਹੀ ਫੇਰਨੀ ਲੋਕਾਂ ਨੂੰ। ਤੇ ਮਹਾਰਾਜ ਜੀ ਨੂੰ ਡੱਕਣ ਦਾ ਪਾਤਸ਼ਾਹ ਮਹਾਰਾਜ ਕਹਿੰਦੇ ਆ, ਨਿੰਦਾ ਭਲੀ ਕਿਸੇ ਕੀ, ਮਨ ਮੁਖ ਮੁਗਧ ਕਰਨ। ਮੂੰਹ ਕਾਲੇ ਤਨ ਨਿੰਦਕਾਂ ਨਰਕੇ ਹੋਰ ਪਵਨ। ਕਹਿੰਦੇ ਨਰਕਾਂ 'ਚ ਚੱਲ ਜਾਏਗਾ। ਸਭ ਤੋਂ ਭੈੜੀ ਨਿੰਦਿਆ ਗੁਰਬਾਣੀ 'ਚ ਬਚਨ ਆਉਂਦਾ, ਅਜੇ ਸਰੋਵੈ ਭੀਖਿਆ ਖਾਏ, ਐਸੀ ਦਰਗਹਿ ਮਿਲੈ ਸਜਾਏ। ਉਹਨੇ ਲਿੱਦ ਪਾਈ ਸੀ। ਕੋਈ ਸੰਗਤਾਂ ਸੁਣਦੀਆਂ, ਕੁਝ ਨਵੀਆਂ ਜੁੜੀਆਂ, ਫੇਰ ਪੰਛੀ ਜਾਤ ਮਾਰਾ ਵੀ ਜੋ ਵੀ ਜ਼ੁਬਾਨ 'ਚੋਂ ਬੋਲਦੇ ਮਿਲਣਾ ਆਪਾਂ ਨੂੰ। ਉਹਨੇ ਰਿਸ਼ੀ ਨੂੰ ਲਿੱਦ ਪਾਤੀ। ਸ਼ਾਮਾਂ ਦਾ ਵੇਲਾ ਸੀ, ਜੱਗ ਸਫਲ ਕਹਿੰਦਾ ਅੱਧੀ ਰਾਤ ਆ ਗਿਆ, ਉਹ ਕੱਲ ਨੂੰ ਆਈ, ਕਹਿੰਦਾ ਮੈਂ ਅੱਜ ਹੀ ਲਿਜਾਣਾ। ਕਹਿੰਦਾ ਹੁਣ ਤੇ ਲਿੱਦ ਹੀ ਆ। ਫਿਰ ਕਹਿੰਦਾ ਵੇਖ ਲਾ ਹਿਸਾਬ ਕਿਤਾਬ, ਉਹਨੇ ਲਿੱਦ ਪਾਤੀ। ਉਹ ਕਹਿੰਦਾ ਤਥਾਸਤੂ, ਵਧੇ ਫੁੱਲੇ ਤੇਰੀ। ਉਹ 10 ਗੁਣਾ ਵੱਧ ਗਈ। ਤੇ ਉਧਰੋਂ ਰੋਗ ਲੱਗ ਗਿਆ। ਤੇ ਕਹਿੰਦੇ ਵੀ ਕਿਸੇ ਰੱਬ ਦੇ ਬ੍ਰਹਮ ਗਿਆਨੀ ਵੇਦ ਵਿਆਸ ਜੀ ਵਰਗਿਆਂ ਦੇ ਕੋਲੇ ਗਿਆ ਵੀ ਕੀ ਕਰਾਂ। ਕਹਿੰਦੇ ਆ ਵੀ ਹੁਣ ਜਿਹੜਾ ਦਾਨ ਦਿੱਤਾ ਤੈਨੂੰ ਖਾਣਾ ਪੈਣਾ। ਉਹਨੇ ਕਿਹਾ ਮੈਂ ਤੇ ਇੱਕ ਸ਼ਾਬਾ ਕੀਤਾ 10 ਬਣ ਗਈ। ਕਹਿੰਦੇ ਉਹਨੇ ਸੀਸ ਦਿੱਤੀ ਸੀ ਨਾ। ਜਦੋਂ ਕਿਸੇ ਨੂੰ ਆਪਾਂ ਕੋਈ ਚੀਜ਼ ਦਿੰਦੇ, ਅਗਲਾ ਕਹਿੰਦਾ ਤੇਰਾ ਭਲਾ ਹੋਵੇ, ਤੈਨੂੰ ਰੱਬ ਬਹੁਤਾ ਦੇਵੇ। ਉਹ 10 ਗੁਣਾ ਵੱਧ ਗਈ। ਤੇ ਕਹਿੰਦੇ ਖਾਣੀ ਪੈਣੀ ਆ। ਕਹਿੰਦੇ ਮੈਂ ਲਿੱਦ ਖਾਵਾਂ, ਕਹਿੰਦੇ ਖਾਣੀ ਪੈਣੀ। ਫਿਰ ਉਹਨਾਂ ਨੇ ਗ੍ਰੰਥ ਪੜ੍ਹੇ ਸੀ। ਕਹਿੰਦੇ ਇਹਦਾ ਕੋਈ ਨਾ ਕੋਈ ਕਾਟ ਮਾਰੋ, ਕੋਈ ਹੱਲ ਲੱਭੋ। ਕਹਿੰਦੇ ਇੱਕੋ ਹੱਲ ਆ, ਨਿੰਦਿਆ ਕਰਾ ਆਪਣੀ। ਜਿੰਨਾ ਲੋਕ ਤੈਨੂੰ ਗਲਤ ਕਹਿਣਗੇ, ਝੂਠੀਆਂ ਸੱਚੀਆਂ ਗੱਲਾਂ ਕਰਨਗੇ, ਤੈਨੂੰ ਗਾਲਾਂ ਕੱਢਣਗੇ, ਤੇ ਤੇਰੀ ਲਿੱਦ ਘਟੂਗੀ। ਉਹ ਕਹਿੰਦਾ ਵੀ ਮੇਰਾ ਤਾਂ ਸਤਿਕਾਰ ਬਹੁਤ ਕਰਦੇ ਸਾਰੇ, ਵੀ ਇਹਨਾਂ ਤੋਂ ਮੈਂ ਕਵਾਂ ਵੀ ਮੈਨੂੰ ਮਾੜਾ ਕੋਈ ਨਾ ਤਾਂ ਵੀ ਨਹੀਂ ਕਹਿਣਾ। ਉਹ ਕਹਿੰਦਾ ਫਿਰ ਇਦਾਂ ਦਾ ਕੰਮ ਕਰ ਕੋਈ ਜਿਹਦੇ ਨਾਲ ਤੇਰੀ ਨਿੰਦਿਆ ਹੋਏ। ਉਹ ਕਹਿੰਦਾ ਹੁਣ ਮੈਂ ਕੀ ਕਰਾਂ। ਫਿਰ ਉਹਨੇ ਕਿਹਾ ਵੀ ਤੂੰ ਇਦਾਂ ਕਰ, ਸ਼ਰਾਬ ਦੀ ਬੋਤਲ ਲੈ ਲਾ, ਕੇਸ ਖਿਲਾਰ ਲਾ, ਆਪਣੀ ਪੱਗ ਲਾ ਦੇ, ਤੇ ਇੱਕ ਇਸਤਰੀ ਲੈ ਲਾ ਜਵਾਨ, ਉਹਨੂੰ ਘੋੜੇ ਤੇ ਬਿਠਾ ਲਾ, ਥੋੜੇ ਜਿਹੇ ਬਸਤਰ ਪਾੜ ਲਈ, ਜਾਣੀ ਲੋਕਾਂ ਦੀਆਂ ਨਜ਼ਰਾਂ ਵਿੱਚ ਤੂੰ ਇਦਾਂ ਹੋਣਾ ਵੀ ਇਹ ਬੰਦਾ
ਗਲਤ ਹੋ ਗਿਆ। ਤੇ ਜਦੋਂ ਉਹਨੇ ਇਦਾਂ ਕੀਤਾ ਤੇ ਸਾਰਾ ਜਿਹੜਾ ਵੇਖੇ ਕਵੇ ਇਹਦਾ ਤਾਂ ਬੇੜਾ ਹੀ ਵਹਿ ਗਿਆ, ਇਹਦਾ ਤਾਂ ਬੇੜਾ ਗਰਕ ਗਿਆ, ਉਹ ਕਿੰਨਾ ਪਾਪੀ ਹੋ ਗਿਆ, ਪੁੱਠੇ ਕੰਮਾਂ 'ਚ ਪੈ ਗਿਆ। ਜਦੋਂ ਨਿੰਦਿਆ ਕੀਤੀ, ਇਹ ਸੁਣ ਲਿਓ, ਇਹ ਆਪਾਂ ਕਰਦੇ ਆ ਵੀ ਫਲਾਣੇ ਦਾ ਮੁੰਡਾ, ਫਲਾਣੇ ਦੀ ਕੁੜੀ, ਫਲਾਣੇ ਦੀ ਨੌਂ, ਇਹ ਆਪਾਂ ਕੀ ਲੈਣਾ? ਤੂੰ ਬਾਣੀ ਪੜਿਆ ਕਰਨਾ, ਇਹ ਆਦਤਾਂ ਪਈਆਂ ਆਪਾਂ ਨੂੰ ਪੱਕੀਆਂ। ਆਪਾਂ ਸਾਰੇ ਪਿੰਡ ਦੀ ਗਿਆਤ ਰੱਖਦੇ ਆ ਤੇ ਫਿਰ ਉਹਨੂੰ ਵੰਡਦੇ ਆ। ਤੇ ਕਥਾ ਵੀ ਸੁਣੀ ਕਈ ਵਾਰ, ਹਟਦੇ ਉੜਦੇ ਫੇਰ ਨਹੀਂ। ਮੈਂ ਵੀ ਨਹੀਂ ਹਟਦਾ, ਤੁਸੀਂ ਤੇ ਨਾਲ ਹੀ ਆ। ਮੈਂ ਤੁਹਾਨੂੰ ਰੋਜ਼ ਕਿੰਨੀ ਵਾਰ ਆਹ ਕਥਾ ਸੁਣਾਈ, ਮੈਂ ਵੀ ਕਰ ਜੰਨਾ। ਤੇ ਆਪਾਂ ਤੇ ਪੱਕੀ ਰੱਖੀ ਆ। ਕਈ ਤੇ ਕਥਾ ਕੀਰਤਨ 'ਚ ਹੀ ਬਾਹਰ ਬੈਠੇ ਲੱਗੇ ਹੁੰਦੇ ਆ। ਪਤਾ ਲੱਗਾ ਤੈਨੂੰ ਉਹਨਾਂ ਦੇ ਘਰ ਕੀ ਹੋਇਆ? ਨਹੀਂ ਭੈਣੇ ਮੈਨੂੰ ਤੇ ਪਤਾ ਨਹੀਂ। ਫਿਰ ਆ ਜਾ, ਕਹਿੰਦੀ ਮੈਂ ਦੱਸਦੀ ਆ ਤੈਨੂੰ। ਇਹ ਲਿੱਦ ਆ। ਉਹ ਜਦੋਂ ਉਹਦੀ ਨਿੰਦਿਆ ਹੋਈ ਤੇ ਲਿੱਦ ਜਿਹੜੀ ਘਟਦੀ ਇੱਕ ਛਾਬਾ ਰਹਿ ਗਈ। ਕਹਿੰਦਾ ਵੀ ਬਾਬਾ ਜੀ ਪ੍ਰੋਗਰਾਮ ਤਾਂ ਸਹੀ ਬਣ ਗਿਆ, ਵੀ ਲਿੱਦ ਖਾ ਗਏ, ਛਕ ਲਈ ਇਹਨਾਂ ਨੇ, ਪਰ ਆਹ ਨਹੀਂ ਮੁੱਕਣ ਦੀ। ਕਹਿੰਦੇ ਇੱਕ ਰੂਹ ਆ ਜਿੰਨੇ ਤੇਰੀ ਨਿੰਦਿਆ ਨਹੀਂ ਕੀਤੀ। ਕਹਿੰਦੇ ਉਹ ਕੌਣ? ਕਹਿੰਦੇ ਪਿੰਡ ਦੇ ਬਾਰ-ਬਾਰ ਜਿਹੜਾ ਤੇਲੀ ਆ ਨਾ, ਤੇਲ ਕੱਢਣ ਵਾਲਾ, ਉਹ ਬ੍ਰਹਮ ਅਵਸਥਾ ਦਾ ਮਾਲਕ ਹੈ। ਜਾਂ ਉਹਦੇ ਮੂੰਹ ਇੱਕ ਵਾਰੀ ਆਪਦੀ ਬਖਤੋਈ ਕਰਾ ਦੇ। ਤਾਂ ਹੀ ਜਿਹੜੇ ਸਾਧੂ ਸੰਤ ਹੁੰਦੇ ਨਾ, ਕੋਈ ਚੋਜ ਖੇਡ ਕੇ ਆਪਣੀ ਨਿੰਦਿਆ ਕਰਾ ਜਾਂਦੇ। ਇਹ ਜਦੋਂ ਬੰਦੇ ਦੀ ਜ਼ਿਆਦੀ ਉਸਤਤ ਹੋਵੇ ਤੇ ਉਹਦਾ ਬੇੜਾ ਛੇਤੀ ਬਹਿ ਜਾਂਦਾ ਜੀ। ਇਹ ਨੋਟ ਕਰ ਲਿਓ। ਕਿੱਡੇ ਰਾਗੀ ਕਥਾਵਾਚਕ ਢਾਡੀ ਕਿਉਂ ਮਰ ਗਏ? ਕਿਉਂਕਿ ਉਹਨਾਂ ਕੋਲ ਗੁਣ ਸੀ। ਗੁਣ ਵੀ ਐਡਾ ਸੋਹਣਾ ਸੀ, ਸਾਰਾ ਕੁਝ। ਲੋਕਾਂ ਨੇ ਉਹਨਾਂ ਦੀ ਉਸਤਤ ਹੀ ਇੰਨੀ ਕਰਤੀ, ਇਹ ਰੱਬ ਹੀ ਇਹ ਉਹ ਉਸਤਤ ਲੈ ਬੈਠੀ। ਨਿੰਦਿਆ 'ਚ ਹੋਣੀ ਚਾਹੀਦੀ। ਥੋੜੇ ਬਹੁਤ ਵਿੱਚ ਇੱਦਾਂ ਦੇ ਰੱਖੋ ਜਿਹੜੇ ਤੁਹਾਡੀ ਲਿੱਦ ਖਾਂਦੇ ਰਹਿਣ। ਹਾਂ, ਉਹਨਾਂ ਦੀ ਅਰਦਾਸ ਕਰਿਆ ਕਰੋ, ਮਹਾਰਾਜ ਵੀ ਜਿਹੜੇ ਮੇਰੇ ਵਿਰੋਧੀ, ਇਹਨਾਂ ਦਾ ਭਲਾ ਹੋਵੇ, ਇਹਨਾਂ ਦੀ ਵੱਡੀ ਉਮਰ ਹੋਵੇ, ਜੋਗ ਜੀਣ ਇਹ, ਕਿਉਂਕਿ ਇਹਨਾਂ ਕਰਕੇ ਤੇ ਮੈਂ ਬਚਣਾ। ਆਪਾਂ ਗੱਲ ਲੜ ਪਈਦਾ ਨਾ ਕਿ ਆਪਾਂ ਨੂੰ ਕਿਸੇ ਨੇ ਕਿਸੇ ਕੋਲ ਗਲਤ ਕਿਹਾ ਹੋਵੇ, ਵੀ ਆਪਾਂ ਕਹੀਦਾ ਜੇ ਮੈਂ ਘਰੇ ਜਾਣਾ, ਤੂੰ ਗੱਲ ਕਿੱਦਾਂ ਕੀਤੀ? ਮਹਾਂਪੁਰਖ ਕਹਿੰਦੇ ਉਹਦੇ ਘਰੇ ਸਰੋਪਾ ਲੈ ਕੇ ਜਾਓ, ਸਰੋਪਾ ਪਾ ਕੇ ਆਖੋ ਤੇਰੀ ਵੱਡੀ ਉਮਰ ਹੋਏ, ਜੋਗ ਜੀ। ਉਹ ਪੁੱਛੇ ਕਿਉਂ? ਆਖੇ ਤੂੰ ਮੇਰਾ ਸੱਚਾ ਮਿੱਤਰ ਹੈ। ਕਿਉਂਕਿ ਜਿਹੜਾ ਤੁਹਾਡੇ ਪਾਪ ਆਪਣੇ ਸਿਲ ਜਾਂਦੇ ਆ, ਸੱਚਾ ਉਹ ਆ ਨਾ। ਅਸੀਂ ਸਗੋਂ ਲੜ ਪੈਂਦੇ, ਤੂੰ ਮੈਨੂੰ ਗੱਲ ਕੀ ਆਖਿਆ ਕਰੋ? ਵਧੀਆ ਭਾਈ ਸਾਹਿਬ, ਹੋਰ 4-5 ਕਰਿਆ ਕਰੋ। ਇਹ ਉਲਟੀ ਗੰਗਾ ਚੱਲਦੀ ਆ। ਉਹ ਕਹਿੰਦਾ ਵੀ ਉਹਦੇ ਬੂਹੇ ਤੇ ਬਹਿ ਗਿਆ, ਬੀਬੀ ਨੂੰ ਲੈ ਕੇ ਵਾਲ ਖਾਰੇ, ਤੇ ਸਗੋਂ ਹੀ ਉੱਚੀ ਕਰੇ ਪੁੱਠੇ ਕਾਰਜ। ਤੇ ਉਹ ਅੰਦਰ ਆਪਦਾ ਕਾਰਜ ਕਰਨ ਦਿਆ। ਤੇ ਉਹ ਸਾਧੂ ਸੀ, ਉਹਦੇ ਅੰਦਰ ਖੇਡ ਸੀ, ਬ੍ਰਹਮ ਗਿਆਨੀ ਕੀ ਕੀਮਤ ਨਾ ਹੈ ਬ੍ਰਹਮ ਗਿਆਨੀ ਕਹਿ। ਤੇ ਉਹ ਬਸ ਹੱਸੀ ਜਾਵੇ ਤੇ ਉਹਨੂੰ ਗੁੱਸਾ ਆਇਆ, ਕਹਿੰਦਾ ਮੈਨੂੰ ਮਾੜਾ ਕਹਿ। ਉਹ ਕਹਿੰਦਾ ਮੈਂ ਕਾਹਤੋਂ ਕਵਾਂ, ਤੂੰ ਮੇਰਾ ਕੀ ਵਿਗਾੜਿਆ? ਕਹਿੰਦਾ ਮੈਂ ਆਵੇ ਜਨਾਨੀ ਰੱਖੀ, ਸ਼ਰਾਬ ਰੱਖੀ, ਮੈਂ ਗਲਤ ਆ। ਕਹਿੰਦਾ ਫਿਰ ਕੀ, ਇਹ ਵੀ ਰੱਬ ਦਾ ਹੁਕਮ ਆ। ਕਹਿੰਦਾ ਤੂੰ ਮੇਰੀ ਨਿੰਦਿਆ ਕਰਨੀ ਕਿ ਨਹੀਂ? ਉਹ ਕਹਿੰਦਾ ਅੱਛਾ, ਲਿੱਦ ਤੂੰ ਪਾਵੇਂ ਤੇ ਖਾਵਾਂ ਮੈਂ। ਉਹ ਅੰਦਰ ਜਗਿਆ ਸੀ ਨਾ, ਉਹਦਾ ਵਾਪਸ ਆ ਗਿਆ ਤੇ ਆ ਕੇ ਰਿਸ਼ੀ ਨੂੰ ਕਹਿਣ ਲੱਗਾ, ਕਹਿੰਦੇ ਜੀ ਉਹਨੇ ਤਾਂ ਨਹੀਂ ਖਾਧੀ। ਕਹਿੰਦੇ ਫਿਰ ਇਹ ਖਾਣੀ ਪੈਣੀ। ਕਹਿੰਦੇ ਕਿੱਦਾਂ ਖਾਵਾਂ? ਕਹਿੰਦੇ ਜੁਗਤੀ ਦੱਸ ਦਿੰਦੇ ਆ, ਇਹ ਲਿੱਦ ਨੂੰ ਸਾੜ ਕੇ ਤੇ ਸਵਾਹ ਬਣਾ ਲਾ, ਤੇ ਇੱਕ ਪੁੜੀ ਸਵੇਰੇ, ਇੱਕ ਦੁਪਹਿਰੇ, 3 ਟਾਈਮ, ਇੱਕ ਸ਼ਾਮਾਂ ਨੂੰ। ਤੇ ਗੁਰਬਾਣੀ ਨੇ ਫੈਸਲਾ ਕੀਤਾ, ਕਹਿੰਦੇ ਅਜੇ ਸੋ ਰੋਵੈ ਭੀਖਿਆ ਖਾਏ, ਐਸੀ ਦਰਗਹਿ ਮਿਲੈ ਸਜਾਏ। ਲਿੱਦ ਖਾਣੀ ਪਈ। ਜਿਹੜਾ ਕਰਮ ਆਪਾਂ ਕਰਦੇ ਹਾਂ ਨਾ, ਕਿਤੇ ਨਾ ਕਿਤੇ ਉਹ ਆਪਾਂ ਨੂੰ, ਕਈ ਜੰਮਦੇ ਬੱਚੇ ਅੰਨੇ ਹੁੰਦੇ ਆ, ਕਈਆਂ ਜੰਮਦਿਆਂ ਦੀਆਂ ਲੱਤਾਂ ਦੋਵੇਂ ਜੁੜੀਆਂ, ਧੜ 2 ਹੁੰਦੇ, ਉਹ ਪਿਛਲਾ ਕੋਈ ਨਾ ਕੋਈ ਕੀਤਾ ਹੁੰਦਾ ਆਪਾਂ। ਹੁਣ ਜਿਹੜਾ ਬੱਚਾ ਜੰਮਿਆ, ਇੱਕ ਸਿੰਘ ਆਇਆ, ਕਹਿੰਦੇ ਬਾਬਾ ਜੀ ਤੁਸੀਂ ਕਥਾ ਕਰਦੇ, ਤੁਸੀਂ ਕਹਿੰਦੇ ਬੰਦਾ ਕਰਮ ਕਰੇ, ਇੱਦਾਂ ਕਰੇ। ਕਹਿੰਦੇ ਸਾਡੇ ਬੱਚਾ ਹੋਇਆ, ਉਹਦੀਆਂ ਦੋਵੇਂ ਲੱਤਾਂ ਜੁੜੀਆਂ। ਤੇ ਇਹ ਵੀਡੀਓ ਵੀ ਇੱਕ ਆਉਂਦੀ ਸੀ। ਉਹ ਕਹਿੰਦੇ ਜੀ ਇਹਦੇ ਤੇ ਬੱਚੇ ਨੇ ਜਨਮ ਲਿਆ ਵਾ, ਤੇ ਇਹਦਾ ਕੀ ਕਸੂਰ ਆ? ਇਹਨੇ ਤੇਰੀ ਦੁਨੀਆ ਵੇਖੀ। ਮੈਂ ਕਿਹਾ ਗੁਰਬਾਣੀ ਪੜ੍ਹਿਆ ਕਰੋ, ਕਥਾ ਸੁਣਿਆ ਕਰੋ। ਕਸੂਰ ਪਿਛਲੇ ਜਨਮ 'ਚ ਕੀਤਾ, ਪਰ ਉਦੋਂ ਪੈਸਾ ਸੀ ਕੋਲੇ, ਸਰਕਾਰੀ ਦਰਬਾਰੇ ਚੱਲਦੀ ਸੀ, ਤੇ ਜੱਜ ਨੂੰ ਵੀ ਖਰੀਦ ਗਿਆ, ਵਕੀਲ ਵੀ ਖਰੀਦ ਲਏ, ਪੁਲਿਸ ਵੀ ਖਰੀਦ ਲਈ। ਕਹਿੰਦਾ ਕੀ ਕਰੋਗੇ ਮੇਰਾ? ਪਰ ਗੁਰਬਾਣੀ ਕਹਿੰਦੀ ਉੱਥੇ ਸੱਚੋ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜ ਮਾਲਿਆ, ਥਾਉ ਨਾ ਪਾਇਨ ਕੂੜਿਆਰ ਮੂੰਹ ਕਾਲੇ, ਦੋਜਕ ਚਾਲਿਆ। ਕਈ ਵਾਰੀ ਬੰਦੇ ਕੋਈ ਇੱਥੇ ਪਾਵਰਾਂ ਹੁੰਦੀਆਂ ਤੇ ਆਪਣਾ ਗੁਨਾਹ ਛਪਾ ਜਾਂਦਾ, ਪਰ ਜਦੋਂ ਉਧਰੋਂ ਡਿਊਟੀ ਲੱਗਦੀ ਫਿਰ ਚੀਕਾਂ ਕਢਾਉਂਦਾ ਉਹ ਦੁੱਗਣੀਆਂ। ਇਹ ਸੱਚ ਦੀ ਸੰਗਤ, ਇਸ ਕਰਕੇ ਡਰਨਾ ਚਾਹੀਦਾ। ਤੁਮਾਰੇ ਸੱਚੇ ਪਾਤਸ਼ਾਹ ਕਿਰਪਾ ਕਰਦੇ, ਜੋ ਬੀਜ ਆਪਾਂ ਬੀਜਦੇ, ਹੁਣ ਤੁਸੀਂ ਇੱਥੇ ਬੀਜ ਬੀਜਿਆ,
ਆ 50 ਮਿੰਟ 60 ਰੋਜ਼ ਬੀਜ ਕੇ ਜਾਂਦੇ ਜੇ ਤੇ ਮਹਾਰਾਜ ਨੇ 10 ਗੁਣਾ ਕਰ ਦੇਣੇ। ਜਦੋਂ ਕਿਤੇ ਨਰਕ ਤਪਦਾ ਆ ਤੇ ਕਿਤੇ ਗੁਰੂ ਸਾਹਿਬ ਆਪਣੀ ਗੋਦੀ 'ਚ ਬਿਠਾਉਣਗੇ। ਕਰਤੁ ਤੋ ਸੋ ਅਸੂਇਆ ਆਗੇ, ਜਾਂਤੇ ਦੁਸ਼ਟੀ ਸੋ ਅਨਰਾਗੇ। ਕਹਿੰਦੇ ਉਹ ਜਿਹੜਾ ਬ੍ਰਾਹਮਣ ਸੀ ਨਾ ਸੱਦਾ ਦਿੰਦਾ, ਉਹਨੇ ਮਲਕ ਨੂੰ ਚੁਗਲੀ ਕਰਤੀ। ਕਹਿੰਦਾ ਮਲਕ ਜੀ ਇੱਕ ਤਪਾ ਆਇਆ ਲਾਲੂ ਦੇ ਘਰ, ਤੇ ਉਹਨੇ ਸ਼ਰੇਆਮ ਇਹ ਗੱਲ ਕਹਿਤੀ ਆ ਕਿ ਮੈਂ ਨਹੀਂ ਉਹਦੇ ਘਰ ਜਾਣਾ, ਮੈਂ ਪਾਪ ਦੀ ਰੋਟੀ ਨਹੀਂ ਖਾਣੀ। ਬਾਕੀ ਸਾਰੇ ਆਏ ਆ ਤੇ ਮਾਲਕ ਜੀ ਤੁਹਾਡੇ ਪੱਲੇ ਕੀ ਰਹਿ ਗਿਆ ਵੀ ਇੱਕ ਫਕੀਰ ਤੁਹਾਡਾ ਵਿਰੋਧ ਕਰ ਗਿਆ। ਜਿਹੜਾ ਚੁਗਲ ਬੰਦਾ ਹੁੰਦਾ ਨਾ, ਐਦਾਂ ਦਾ ਟੀਕਾ ਭਰ ਕੇ ਲਾਉਂਦਾ ਨਾ, ਵਸ ਦੇ ਘਰ ਤਬਾਹ ਕੀਤੇ, ਮੈਂ ਅੱਖਾਂ ਨਾਲ ਵੇਖੇ। ਐਦਾਂ ਦੇ ਦੋਵਾਂ ਜੀਆਂ ਦਾ ਪਿਆਰ ਸੀ, ਇੱਕ ਦੂਜੇ ਬਿਨਾਂ ਘੜੀ ਨਹੀਂ ਸੀ ਕੱਢਦੇ। ਤੇ ਚੁਗਲ ਨੇ ਐਦਾਂ ਦਾ ਟੀਕਾ ਲਾਇਆ ਵੀ ਕਚਹਿਰੀ 'ਚ 10 ਸਾਲ ਹੋ ਚੱਲੇ ਕੇਸ ਚੱਲਣ ਦਾ। ਉਹ ਆਪਦੇ ਘਰੇ ਬੈਠੀ ਤੇ ਉਹਦੇ ਜਵਾਕ ਉੱਥੇ ਰੁਲ ਗਏ। ਇਹ ਏਡਾ ਟੀਕਾ ਭੈੜਾ ਵਾ ਚੁਗਲੀ ਦਾ। ਸਕੇ ਭਰਾ ਇੱਕ ਦੂਜੇ ਬਿਨਾਂ ਘੜੀ ਨਹੀਂ ਸੀ ਕੱਢਦੇ। ਐਦਾਂ ਦਾ ਟੀਕਾ ਠੋਕਿਆ, ਇੱਕ ਦੂਜੇ ਦੇ ਮਰਗ ਤੇ ਵੀ ਨਹੀਂ ਆਏ। ਇਹ ਚੁਗਲ ਦਾ ਕੰਮ ਹੁੰਦਾ, ਨਿੰਦਕ ਦਾ। ਐਦਾਂ ਦੇ ਘਰ ਜਿੱਥੇ ਸੱਚਖੰਡ ਬਣਿਆ ਸੀ, ਵਿੱਚ ਵੜ ਕੇ ਐਦਾਂ ਦਾ ਕੰਮ ਕੀਤਾ ਵੀ ਉਹ ਘਰ ਨੂੰ ਲੀਰਾਂ ਕਰਤਾ। ਇਸ ਕਰਕੇ ਕਹਿੰਦੇ ਚੁਗਲ ਚੁਗਲੀਆਂ ਕਦੇ ਨਹੀਂ ਬਾਜ ਹੀ ਆਉਂਦਾ। ਤੇ ਗੱਲ ਚੁਗਲ ਨੇ ਚੁਗਲੀ ਕੀਤੀ ਮਲਕ ਦੇ ਕੋਲੇ, ਉਹ ਰੱਬ ਦੀ ਚੁਗਲੀ ਪਰਮੇਸ਼ਰ ਦਾ ਮਾੜਾ ਕਰ ਦੂ। ਕਿ ਸੰਤ ਕਾ ਦੋਖੀ ਸਦਾ ਪਵਿੱਤ, ਸੰਤ ਕਾ ਦੋਖੀ ਕਿਸੇ ਕਾ, ਸੰਤ ਕਾ ਦੋਖੀ ਮਹਾ ਹਥਿਆਰਾ, ਸੰਤ ਕਾ ਦੋਖੀ ਰਾਜ ਤੇ ਹੀਨ, ਸੰਤ ਕਾ ਦੋਖੀ ਸੰਤ ਕੇ ਨਿੰਦਕ ਕੋ ਸਰਬ ਮਾਰੇ। ਕਹਿੰਦੇ ਜਿਹੜਾ ਰੱਬ ਦੇ ਪਿਆਰਿਆਂ ਦੀ ਨਿੰਦਿਆ ਕਰਦਾ ਉਹਨੂੰ ਸਾਰੀਆਂ ਬਿਮਾਰੀਆਂ ਲੱਗ ਜਾਂਦੀਆਂ। ਤੇ ਮੈਂ ਕਰ ਲੂੰ, ਤੁਸੀਂ ਮੇਰਾ ਨਾਂ ਲਾ ਦਿੰਦੇ ਆਖੋ ਸਤਿਨਾਮ। ਕਹਿੰਦਾ ਬਾਬੇ ਜੱਗੇ ਦੀ ਨਿੰਦਿਆ ਕਰ ਗਿਆ, ਮੈਂ ਮਰਨਾ ਕਰਕੇ। ਬਾਣੀ ਕਹਿੰਦੀ ਸੰਤ ਕੇ ਨਿੰਦਕ ਕੋ ਸਰਬ ਰੋਗ, ਸਾਰੀਆਂ ਬਿਮਾਰੀਆਂ ਚਿੰਬੜ ਜੋ। ਕਿਸੇ ਪੁੱਜੇ ਸਾਧੂ ਨੂੰ ਮਾਰਾ ਗਿਆ, ਤੁਹਾਡਾ ਭਲਾ ਜੇ। ਮੈਂ ਤਾਂ ਮਾਫੀ ਮੰਗ ਲਈ, ਜਿਹਨੇ ਕਿਹਾ ਉਹਨੂੰ ਲੱਗਣਾ ਹੀ ਹੋਣਾ ਕੋ ਸਤਿਨਾਮ। ਮੈਂ ਤੇ ਇਹੋ ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਤੂੰ ਤੇ ਜਾਣਦਾ ਜਿਹੜੇ ਰੋਗ ਮੇਰੇ ਵੱਲ ਨੂੰ ਆਉਣੇ, ਉਹਨੂੰ ਲਾਈ ਫਿਰ ਜਿਹਨੇ ਕਿਹਾ। ਤੇਰੇ ਘਰ ਤੇ ਨਿਆਂ ਹੈਗਾ ਹੀ ਹੈ ਨਾ, ਤੂੰ ਅੰਦਰ ਦੀ ਜਾਣਦਾ ਵੀ ਕਿਹੜਾ ਅੰਦਰੋਂ ਕਿਸੇ ਨੂੰ ਕਹਿੰਦਾ। ਮਾਰੇ ਕਹਿੰਦੇ ਸੰਤ ਕਾ ਨਿੰਦਕ ਕੋ ਸਰਬ ਰੋਗ, ਸੰਤ ਕੇ ਨਿੰਦਕ ਕੋ ਸਦਾ। ਉਹ ਸਦਾ ਰੋਂਦਾ ਹੀ ਰਹਿੰਦਾ ਜਿਹੜਾ ਰੱਬ ਦੇ ਪਿਆਰਿਆਂ ਨਾਲ ਵੈਰ ਕਮਾਉਂਦਾ, ਉਹਨੂੰ ਕਦੇ ਸੁੱਖ ਸੁਪਨੇ 'ਚ ਨਹੀਂ ਜੀ ਆਉਂਦਾ। ਦੇਖੋ ਮਲਕ ਨ ਤੁਮਰੇ ਆਇਓ, ਖਤਰੀ ਨਾਨਕ ਤਪਾ ਕਹਾਇਓ। ਕਹਿੰਦੇ ਮਲਕ ਨੂੰ ਮਾਇਆ ਦਾ ਹੰਕਾਰ ਸੀ, ਨਾਲੇ ਸਰਕਾਰੇ ਦਰਬਾਰੇ ਚੱਲਦੀ। ਕਹਿੰਦਾ ਕਿਹੜਾ ਇਹ ਤਪਾ, ਕੀ ਨਾਂ ਹੈ ਇਹਦਾ? ਕਹਿੰਦੇ ਜੀ ਨਾਨਕ ਕਹਿੰਦੇ ਉਹਨੂੰ। ਤੇ ਇਸ ਵੇਲੇ ਲਾਲੂ ਦੇ ਨਾਲ ਉਹਦਾ ਪ੍ਰੇਮ ਹੈ। ਤੁਮ ਤੇ ਅਧਿਕ ਆਪ ਕੋ ਜਾਨਾ, ਅਚਿਓ ਹਰ ਨ ਤੁਮ ਘਰ ਆਨਾ। ਤੇ ਚੁਗਲ ਵੇਲੋ ਕਿੰਨਾ ਭੈੜਾ ਹੁੰਦਾ, ਭਲਾ ਨਹੀਂ ਕਰ ਸਕਦਾ ਕਿਸੇ ਦਾ। ਮਹਾਰਾਜ ਨੇ ਤੇ ਇੰਨੀਆਂ ਗੱਲਾਂ ਕਹੀਆਂ ਨਹੀਂ। ਮਹਾਰਾਜ ਨੇ ਇੰਨਾ ਹੀ ਕਿਹਾ ਵੀ ਤੁਸੀਂ 4 ਵਰਨਾਂ ਨੂੰ ਸੱਦਿਆ ਤੇ ਮੈਂ 4 ਚੋਂ ਨਹੀਂ ਆ। ਇਹਨਾਂ ਕਹਿ ਕੇ ਮਹਾਰਾਜ ਆਪਦਾ ਰੱਬ ਰੱਬ ਕਰਨ ਚਲੇ ਗਏ। ਇਹਦਾ ਭਲਾ ਹੋ ਜੇ, ਇਹਨੇ ਕਿੰਨੀਆਂ ਹੀ ਜੋੜਤੀਆਂ। ਕਹਿੰਦਾ ਕੀ ਜੀ? ਕਹਿੰਦਾ ਤੁਮ ਤੇ ਅਦਕ ਆਪ ਕੋ ਜਾਨਾ। ਕਹਿੰਦੇ ਉਹ ਤਪਾ ਕਹਿੰਦਾ ਮੈਂ ਮਲਕ ਨੂੰ ਕੀ ਜਾਣਦਾ, ਮੈਂ ਤੇ ਉਹ ਤੋਂ ਵੱਡਾ। ਚੁਗਲ ਨੇ ਗੱਲਾਂ ਹੀ ਲਾਈ ਜਾਣੀਆਂ ਕੋਲੋਂ। ਇਸ ਕਰਕੇ ਕਿਸੇ ਦੀ ਗੱਲ ਦਾ ਯਕੀਨ ਨਹੀਂ ਕਰੀਦਾ। ਆਪਾਂ ਤੇ ਇਹ ਜ਼ਿੰਦਗੀ 'ਚ ਰੱਖਿਆ ਵੀ ਜੇ ਕੋਈ ਕਰਦਾ ਗੱਲਬਾਤ ਚੁੱਪ ਕਰਕੇ ਅਗਲੇ ਕੋ ਸਿੱਧੇ ਚੱਲ ਜਾਓ। ਮੰਨ ਲਓ ਇਹਨੇ ਮਾੜਾ ਕਿਹਾ ਨਾ ਕਿਸੇ ਕੋਲੇ, ਕੁਛ ਕਰਨ ਦੀ ਲੋੜ ਨਹੀਂ, ਚੁੱਪ ਕਰਕੇ ਇਹਨੂੰ ਮਿਲੋ ਵੀ ਹਾਂ ਭਾਈ ਤੂੰ ਮੇਰੇ ਲਈ ਆਹ ਗੱਲ ਕੀਤੀ, ਫਲਾਣੇ ਬੰਦੇ ਕੋਲ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊ। ਤੇ ਕਈ ਵਾਰੀ ਬੰਦਾ ਉਹਨੂੰ ਮਿਲਦਾ ਹੀ ਨਹੀਂ ਬੰਦੇ ਨੂੰ, ਤੇ ਬਾਰ ਨੁਕਸਾਨ ਕਰਾ ਜਾਂਦਾ ਉਹਦਾ। ਹੁਣ ਤੂੰ ਮਹਾਰਾਜ ਸੱਚੇ ਪਾਤਸ਼ਾਹ ਦੇ ਪ੍ਰਤੀ ਇੰਨਾ ਜ਼ਹਿਰ ਇਕੱਠਾ ਕੀਤਾ। ਕਹਿੰਦੇ ਜੀ ਇਸ ਕਰਕੇ ਅਚਿਓ ਹਾਰ ਨਾ ਤੁਮ ਘਰ ਆਨਾ। ਕਹਿੰਦੇ ਤੈਨੂੰ ਵੀ ਮਾੜਾ ਬੋਲਿਆ ਤੇ ਤੇਰੀ ਰੋਟੀ ਨੂੰ ਵੀ। ਕਹਿੰਦਾ ਅਸੀਂ ਜ਼ਹਿਰ ਥੋੜਾ ਖਾਣਾ ਉਹਦੇ ਘਰ ਦਾ। ਆਖ ਤਰੈ ਨ ਆਨਤ ਕਾਹੂ, ਤਜੀ ਰੀਤ ਪਗ ਤਰਤ ਕਰਾਹੂ। ਕਹਿੰਦਾ ਆਂਖ ਤਰੈ ਨਹੀਂ ਆਨਤ ਕਾਹੂ। ਕਹਿੰਦੇ ਅੱਖਾਂ ਨਹੀਂ ਨੀਵੀਆਂ ਕੀਤੀਆਂ ਮਲਕ ਜੀ ਉਹਨੇ। ਉਹ ਤੇ ਕਿਸੇ ਹੰਕਾਰ 'ਚ ਸੀ, ਉਹਨੇ ਤਾਂ ਤੁਹਾਨੂੰ ਬਹੁਤ ਤਰ੍ਹਾਂ ਦੀਆਂ ਗੱਲਾਂ ਕੀਤੀਆਂ। ਤੇ ਅਸਲ ਦੇ ਵਿੱਚ ਨਾ ਹੈਗਾ ਉਹ ਆਪ ਕਰਾਈਆ ਏ। ਪਤਾ ਉਹਨੂੰ ਕੁਛ ਗੱਲ ਦਾ ਨਹੀਂ ਹੈਗਾ ਜੀ, ਨਾ ਕੋਈ ਉਹਦਾ ਅੱਗੇ ਆ ਤੇ ਨਾ ਪਿੱਛੇ ਆ। ਚੋਲਾ ਪਾਟਾ ਜਿਹਾ ਪਾਇਆ ਤੇ ਤੁਹਾਨੂੰ ਬਹੁਤ ਮਾੜਾ ਬੋਲ ਗਿਆ। ਕਮਲੇ ਨੂੰ ਇਹ ਨਹੀਂ ਪਤਾ ਵੀ ਸਾਰੀ ਦੁਨੀਆ ਜੀ ਦੀ ਮੁੱਠ ਦੇ ਵਿੱਚ ਹੈ। ਪਰ ਉਹਨੇ ਇੱਕ ਗੱਲ ਕਹੀ ਸੀ, ਰੱਖ ਗਰੀਬੀ
ਅੱਜ ਵੀ ਕਈ ਇੱਥੇ ਰੂਹਾਂ ਮਾਰ ਅਰਬਾਪਤੀ ਬੰਦੇ, ਤੁਸੀਂ ਪਛਾਣ ਨਹੀਂ ਸਕਦੇ, ਇੰਨੀ ਨਿਮਰਤਾ ਉਹਨਾਂ ਦੇ ਵਿੱਚ। ਉਹਨਾਂ ਦੇ ਬੋਲ ਇੰਨੇ ਮਿੱਠੇ, ਬਾਣਾ ਏਡਾ ਸਾਦਾ, ਵੱਟਾਂ ਵਾਲੇ ਕੱਪੜੇ ਪਾਈ ਰੱਖਣੇ ਐ, ਟੁੱਟਾ ਜਿਹਾ ਜੋੜਾ ਰੱਖਣਾ, ਵੇਖ ਕੇ ਬੰਦਾ ਕਹਿ ਨਹੀਂ ਸਕਦਾ ਵੀ 500 ਕਿੱਲੇ ਦਾ ਮਾਲਕ ਆ। ਤੇ ਕਿੱਥੇ ਖੜੋਤਾ ਜੋੜਾ ਘਰ ਦੇ ਵਿੱਚ, ਵਾਹਿਗੁਰੂ ਲਿਆਓ ਜੀ, ਵਾਹਿਗੁਰੂ ਭਾਂਡੇ ਜੀ, ਵਾਹਿਗੁਰੂ ਚਮਚਾ। ਹਰਿਮੰਦਰ ਸਾਹਿਬ ਵੇਖਿਓ ਜਾ ਕੇ, ਜਿਨ੍ਹਾਂ ਨੂੰ ਪਤਾ ਲੱਗ ਗਿਆ ਵੀ ਇਹ ਕੌਣ ਆ। ਮੇਰੇ ਅੱਗੇ ਕੋਈ ਦੋ ਆਏ ਨਹੀਂ ਤੇ ਹਰ ਕਿਸੇ ਨਾਲ ਪੰਗਾ ਲੈਣ ਲੱਗ ਪਿਆ। ਤੇ ਮੇਰੇ ਹਜ਼ੂਰ ਪਾਤਸ਼ਾਹ ਗਰੀਬ ਨਵਾਜ ਪ੍ਰੇਮ ਦੇ ਵਿੱਚ ਰੰਗੇ ਆ ਤੇ ਪ੍ਰੇਮ ਦੇ ਭੁੱਖੇ ਹਨ। ਸ਼ੂਦਰ ਕੇ ਘਰ ਭੋਜਨ ਕਰਹੀ, ਆਵਾ ਇਹ ਨਉਰ ਮੈਂ ਡਰਹੀ। ਇਹਦਾ ਵੇਖੋ ਜੀ, ਇੱਕ ਸ਼ੂਦਰ ਲਾ ਲਓ, ਉਹਦੇ ਘਰ ਰਾਤ ਨੂੰ ਰੋਜ਼ ਆ ਕੇ ਸੌਂਦਾ ਜੇ ਤੇ ਰੋਟੀਆਂ ਖਾਂਦਾ ਜੀ ਹੈ, ਤੇ ਤੁਸੀਂ ਰਾਜੇ ਹੋ, ਤੁਹਾਡਾ ਰਾਜਪੁਣਾ ਕਾਹਦਾ ਜੇ ਤੁਹਾਡੇ ਹੁੰਦਿਆਂ ਇਦਾਂ ਕਰ ਜੇ ਕੋਈ। ਦੋਹਰਾ ਸੁਨ ਪਾਗੋ ਬਨ ਬੂਝੀ, ਦਇਓ ਅਮੰਤ ਕੇ ਨਾਹੀ। ਇਹ ਸੁਣ ਕੇ ਭਾਗੋ ਨੇ ਪੁੱਛਿਆ, ਕਹਿਣ ਲੱਗਾ ਤੂੰ ਸੱਦਾ ਦਿੱਤਾ ਸੀ ਕਿ ਨਹੀਂ। ਤੈਦ ਯਕੀਨਤ ਗੀਤ ਮੈਂ ਬਹੁ ਬਾਰ ਬਚ ਪਰਾਹੀ। ਜੀ ਇੱਕ ਵਾਰੀ ਥੋੜਾ, ਮੈਂ ਤੇ 5-7 ਵਾਰੀ ਕਿਹਾ ਸਪੈਸ਼ਲ ਵੀ ਜ਼ਰੂਰ ਆਇਓ, ਜ਼ਰੂਰ ਆਇਓ, ਜ਼ਰੂਰ ਆਇਓ, ਜ਼ਰੂਰ ਆਇਓ। ਨਾਲ ਹੋਰ ਮਸਾਲਾ ਲਾ ਰਿਹਾ ਹੈ, ਪਰ ਮੂਰਖ ਨੂੰ ਇਹ ਨਹੀਂ ਪਤਾ ਵੀ ਰੱਬ ਨਾਲ ਵੈਰ ਕਮਾ ਲਿਆ। ਸੰਤਾਂ ਨਾਲ ਵੈਰ ਕਮਾਉਂਦੇ, ਦੁਸ਼ਟਾਂ ਨਾਲ ਮੋਹ ਪਿਆਰ। ਸੰਤਾਂ ਨਾਲ ਵੈਰ ਕਮਾਉਂਦੇ, ਦੁਸ਼ਟਾਂ ਨਾਲ ਮੋਹ ਪਿਆਰ। ਸੰਤਾਂ ਨਾਲ ਵੈਰ ਕਮਾਵਦੇ, ਸਾਰੇ ਬੜੋ ਭਾਈ, ਦੁਸ਼ਟਾਂ ਨਾਲ ਮੋਹ ਪਿਆਰ। ਵਾਹਿਗੁਰੂ। ਸੰਤਾਂ ਨਾਲ ਵੈਰ ਕਮਾਵਦੇ, ਦੁਸ਼ਟਾਂ ਨਾਲ ਮੋਹ ਪਿਆਰ। ਸੰਤਾਂ ਨਾਲ ਵੈਰ ਕਮਾਉਂਦੇ, ਦੁਸ਼ਟਾਂ ਨਾਲ ਮੋਹ ਪਿਆਰ। ਸੰਤਾਂ ਨਾਲ ਵੈਰ ਕਮਾਉਂਦੇ, ਦੁਸ਼ਟਾਂ ਨਾਲ ਮੋਹ ਪਿਆਰ। ਸੰਤਾਂ ਨਾਲ ਵੈਰ ਕਮਾਵਦੇ, ਦੁਸ਼ਟਾਂ ਨਾਲ ਮੋਹ ਪਿਆਰ। ਸੰਤਾਂ ਨਾਲ ਵੈਰ ਕਮਾਵਦੇ, ਦੁਸ਼ਟਾਂ ਨਾਲ ਮੋਹ ਪਿਆਰ। ਸਾਧ ਸੰਗਤ, ਤੁਸੀਂ ਭਾਗਾਂ ਵਾਲੇ ਜਿਹੜੇ ਸਾਨੂੰ ਪਿਆਰ ਕਰਦੇ, ਇੱਥੇ ਸੁਣਦੇ ਆ। ਸਮਾਂ ਐਡਾ ਮਾੜਾ, ਕੋਈ ਕੀਰਤਨ ਸੁਣਦਾ ਹੀ ਨਹੀਂ, ਕਥਾ ਸੁਣਦਾ ਹੀ ਨਹੀਂ। ਕੋਈ ਪਿਆਰ ਦੇਣਾ ਤੇ ਦੂਰ ਦੀ ਗੱਲ ਹੈ, ਲੋਕੀ ਸੁਣਦੇ ਗੰਦਗੀ। ਭਾਈ ਨਿਰਮਲ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੇ ਤਕਰੀਬਨ ਥੋੜੇ ਅੰਗ ਛੱਡ ਕੇ ਤਕਰੀਬਨ ਹੀ ਗੁਰੂ ਗ੍ਰੰਥ ਸਾਹਿਬ ਦੀ ਕੀਰਤਨ ਕੀਤਾ। ਇੰਨੀ ਉਹਨਾਂ ਦੀ ਵੱਡੀ ਕਮਾਈ ਸੀ। ਵੇਲੋ ਕਦੀ ਕਿਸੇ ਨੇ ਯਾਦ ਕੀਤਾ ਨਾ। ਤੇ ਜੇ ਸ਼ਬਦ ਦੀ ਅਰਥ ਕਰੀਏ ਤੇ ਫਿਰ ਸਾਡਾ ਵੀ ਦੁਸ਼ਟਾਨਾ ਹੀ ਮੋਹ ਪਿਆਰ ਆ। ਤੇ ਜਿਹੜੇ ਕੋਈ ਸੇਧ ਨਹੀਂ, ਕੋਈ ਕੁਰਬਾਨੀ ਨਹੀਂ, ਕੋਈ ਕੌਮ ਨੂੰ ਦੇਣ ਨਹੀਂ, ਕੋਈ ਕਿਸੇ ਨੂੰ ਜੋੜਨਾ ਨਹੀਂ, ਤੇ ਫਿਰ ਅਸੀਂ ਉਹ ਨਿੱਕੇ ਨਿੱਕੇ ਬੱਚੇ ਪਤਾ ਨਹੀਂ ਕਿੰਨੇ ਗਾਈ ਜਾਂਦੇ ਗਾਣੇ। ਕਮਾਲ ਹੋ ਗਈ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨਾਲ ਵੈਰ ਕਮਾ ਗਿਆ। ਵਧਾ ਚੜਾ ਕੇ ਬਚਨ ਕੀਤੇ ਹਜੂਰ ਪ੍ਰਤੀ। ਚੌਪਈ ਸੁਨਤ ਮਲਕ ਮਨ ਕ੍ਰੋਧ ਆਇਓ, ਮਨੋ ਸਿੰਘ ਪਰ ਮਸ਼ਕ ਰਸਾਇਓ। ਕਹਿੰਦੇ ਹਨ ਕਿ ਮਲਕ ਨੇ ਜਦੋਂ ਸੁਣਿਆ ਤੇ ਐ ਅੱਖਾਂ ਲਾਲ ਹੋ ਗਈਆਂ, ਗੁੱਸਾ ਚੜ ਗਿਆ ਹੈ। ਕਵੀ ਜੀ ਕਹਿੰਦੇ ਮਾਨੋ ਜਿਹੜਾ ਮੱਛਰ ਹੈ ਉਹ ਸ਼ੇਰ ਦੇ ਨਾਲ ਗੁੱਸਾ ਕਰੀ ਫਿਰਦਾ। ਸ਼ੇਰ ਰੂਪੀ ਗੁਰੂ ਨਾਨਕ ਸਾਹਿਬ ਹੈ, ਬੁੱਕੇ ਸਿੰਘ ਮਰਗਾਵਲੀ ਭੰਨੀ ਜਾਏ ਨਾ। ਤੇ ਮੱਛਰ ਰੂਪੀ ਮਲਕ ਭਾਗੋ ਜਿਹੜਾ ਹੈ ਗੁਰੂ ਨਾਨਕ ਸ਼ੇਰ ਰੂਪੀ ਉਤਰ ਗੁੱਸਾ ਕਰਦਾ ਹੈ। ਜਬ ਜਿਜ ਤੇ ਆਨ ਬੁਝਾਈ, ਦੇਖ ਲੈ ਤਿਨ ਕੀ ਮਨੁਸ਼ਾਈ। ਕਹਿੰਦੇ ਆਪਣੇ ਬੰਦਿਆਂ ਨੂੰ ਕਹਿੰਦਾ ਡੰਡੇ ਸੋਟੇ ਲੈ ਲਓ ਤੇ ਤਿਆਰੀ ਕਰਕੇ ਤੇ ਜਾਓ। ਮੈਂ ਵੇਖਣਾ ਇਹਦੀ ਮਰਦਾਨਗੀ, ਇਹਦੀ ਜੁਰਤ ਕਿੱਦਾਂ ਪਈ ਕਿ ਮੈਨੂੰ ਇਹ ਸ਼ਬਦ ਕਹਿਣ ਦੀ।
ਹੁਣ ਮਰੂਗਾ ਸੰਤ ਕਾ ਦੁਖੀ ਪਰਮੇਸ਼ਰ ਮਾਰਾ। ਤੇ ਇਸ ਕਰਕੇ ਮੌਤ ਸਿਰ ਤੇ ਆਵੇ ਨਾ ਜਦੋਂ ਬੰਦੇ ਦੀ, ਉਦੋਂ ਫਿਰ ਉਹ ਰੱਬ ਨਾਲ ਮੱਥਾ ਲਾ ਲੈਂਦਾ। ਕੇਤਿਕ ਜੋਰ ਐਂਠ ਸੋ ਕਰਹੀ, ਆਵਾ ਖਾਨ ਨ ਉਰਮੈ ਡਰਹੀ। ਕਹਿੰਦੇ ਮੈਂ ਵੇਣਾ ਕਿੰਨੀ ਤਾਕਤ ਇਹਦੀਆਂ ਬਾਹਾਂ ਦੇ ਵਿੱਚ ਹੈ। ਜੇ ਬੰਨ ਕੇ ਬ੍ਰਹਮ ਭੋਜਨਾ ਛਕਾਇਆ ਤੇ ਮੈਨੂੰ ਮਲਕ ਕਿਹਨੇ ਕਹਿਣਾ, ਹੰਕਾਰ ਬੋਲਦਾ। ਇਹ ਨਹੀਂ ਪਤਾ ਵੀ ਜਦੋਂ ਉਹਦੇ ਨਾਲ ਮੱਥਾ ਲੱਗਾ ਨਾ, ਜਿਹਦੇ ਅੱਗੇ ਸਮੁੰਦਰ ਵੀ ਮੱਥਾ ਟੇਕ ਜਾਂਦੇ ਆ। ਭੈ ਵਿੱਚ ਚੱਲੇ ਲੱਖ ਦਰਿਆਓ, ਅੱਗ ਵੀ ਉਹਦੇ ਭੈ ਚ, ਸੂਰਜ ਚੰਦਰਮਾ ਵੀ ਉਹਦੇ ਪਿਆਰ ਵਿੱਚ। ਤੇ ਆਪਾਂ ਕਿੰਨੇ ਕਰਮ ਵਾਲੇ, ਆਪਾਂ ਨੂੰ ਉਹਨੇ ਆਪਣੀ ਗੋਦੀ ਚ ਥਾਂ ਦਿੱਤਾ। ਸੋਨਾ ਤਿਜ ਹਰਕਤ ਤੂਰਨ ਗਵਨਾ, ਤੂੰ ਜਹਾਂ ਲਾਲੋ ਕੋ ਭਵਨਾ। ਕਹਿੰਦੇ ਜਿਹੜਾ ਚੁਗਲ ਸੀ ਨਾ ਬ੍ਰਾਹਮਣ, ਉਹਨੂੰ ਤੇ ਬੜੀ ਖੁਸ਼ੀ ਚੜੀ, ਬੜਾ ਆਨੰਦ ਆਇਆ ਉਹਦੇ ਅੰਦਰ ਤੇ ਬੜਾ ਖੁਸ਼ ਹੈ। ਕਹਿੰਦਾ ਹੁਣ ਪਤਾ ਲੱਗੇਗਾ। ਉਧਰ ਨੂੰ ਤੁਰ ਪਿਆ ਜਿੱਥੇ ਗਰੀਬ ਲਾਲੋ ਵਸਦਾ ਹੈ। ਡਰ ਠੰਡ ਉੱਚੋ ਬਚ ਪ੍ਰਾਹੀ, ਲਾਲੋ ਨਾਨਕ ਤਪਾਈ ਹਾਹੀ। ਕਹਿੰਦੇ ਜਾ ਕੇ ਬੂਹਾ ਖੜਕਾਇਆ ਹੈ, ਅੰਦਰੋਂ ਆਵਾਜ਼ ਆਈ ਕੌਣ? ਤੇ ਉੱਚੀ ਆਵਾਜ਼ ਦੇ ਵਿੱਚ ਆਖਿਆ ਹੈ ਨਾਨਕ ਤਪਾ ਇੱਥੇ ਹੈ। ਕਹਿ ਲਾਲੋ ਬੈਸੇ ਹੈ ਅੰਤਰ, ਕਾਜ ਕੌਣ ਤੂੰ ਕਹੋ ਨਿਰੰਤਰ। ਲਾਲੋ ਨੇ ਨਿਮਰਤਾ ਨਾਲ ਪੁੱਛਿਆ, ਕਹਿੰਦੇ ਭਾਈ ਸਾਹਿਬ ਅੱਧੀ ਰਾਤ ਕੀ ਹੋਇਆ ਵਾ? ਕਿਉਂਕਿ ਮਹਾਰਾਜ ਰਾਤ ਨੂੰ ਆਉਂਦੇ ਸਨ। ਕਹਿੰਦੇ ਅੰਦਰ ਹੀ ਬੈਠੇ ਸਾਹਿਬ ਜੀ ਵਿਰਾਜਮਾਨ ਨੇ, ਕੰਮ ਦੱਸੋ ਕੀ ਹੈ? ਦੋਹਰਾ ਕਹਿ ਦਿਜ ਪਟਵੋ ਵਹਿਰ ਕੋ, ਸ੍ਰੀ ਗੁਰ ਆਪੇ ਆਏ। ਕਹਿੰਦੇ ਹਜ਼ੂਰ ਨੂੰ ਪਤਾ ਸੀ ਇਹ ਹੰਕਾਰੀ ਹੈ। ਜਦੋਂ ਬੰਦਾ ਹੰਕਾਰੀ ਹੋ ਜੇ ਉਹਦੀ ਜ਼ੁਬਾਨ ਕਾਬੂ ਤੋਂ ਬਾਹਰ ਹੋ ਜਾਂਦੀ। ਇਹ ਮਹਾਰਾਜ ਨੂੰ ਪਤਾ ਸੀ ਕਿਤੇ ਮੇਰਾ ਕਰਕੇ ਮੇਰੇ ਲਾਲੋ ਨੂੰ ਮੰਦਾ ਨਾ ਬੋਲੇ। ਗੁਰੂ ਜਿਹਨੂੰ ਪਿਆਰ ਕਰਦਾ ਨਾ, ਫਿਰ ਹਰ ਜੁਗ ਜੁਗ ਭਗਤ ਪਾਇਆ। ਐਜ ਰੱਖਦਾ ਆਇਆ ਰਾਮ ਰਾਜੇ। ਮੰਦਰ ਵੀ ਕਮਾ ਦਿੰਦਾ। ਨਾਮਦੇਵ ਰੋਇਆ ਸੀ ਨਾ, ਤੇ ਪਰਮੇਸ਼ਰ ਨੇ ਆ ਕੇ ਆਖਿਆ ਸੀ ਕਹੋ ਤਾਂ ਧਰਤੇ ਕੋਡੀ ਕਰੋ, ਕਹੋ ਤਾਂ ਲੇਕਰ ਉੱਪਰ ਧਰੋ। ਕਹਿੰਦੇ ਨਾਮਦੇਵ ਇੱਕ ਵਾਰੀ ਇਸ਼ਾਰਾ ਕਰ ਦੇ, ਧਰਤੀ ਮੋਦੀ ਕਰ ਦੂੰ ਸਾਰੀ। ਜੇ ਕਵੇਂ ਤੇ ਉਂਗਲ ਦੇ ਉੱਤੇ ਤਾਂ ਦੀ ਤਾਂ ਚੱਕ ਦੂੰਗਾ। ਇਹਨੂੰ ਕਹਿੰਦੇ ਗੁਰੂ ਦਾ ਪਿਆਰਾ ਜਦੋਂ ਦੁਖੀ ਹੁੰਦਾ ਫਿਰ ਗੁਰੂ ਵੱਲ ਹੋ ਜਾਂਦਾ। ਤੋ ਇਸ ਕਰਕੇ ਕਹਿੰਦੇ ਹਜ਼ੂਰ ਨੂੰ ਪਤਾ ਸੀ ਕਿ ਮੇਰੀ ਮੂਰਤ ਸਾਰਾ ਦਿਨ ਕੰਮ ਕਰਦਾ ਸੀ ਲਾਲੋ, ਤੇ ਰਾਤ ਨੂੰ ਮੁੱਠੀ ਚਾਪੀ। ਇੰਨਾ ਪਿਆਰਾ ਸੀ ਗੁਰੂ ਨਾਨਕ ਦਾ। ਮਹਾਰਾਜ ਨੂੰ ਪਤਾ ਸੀ ਮੂਰਖ ਨੇ ਕਿਤੇ ਲਾਲੋ ਨਾ ਹੱਥੋਂ ਪਾਈ ਹੋਣਗੇ, ਕੌੜੇ ਬਚਨ ਕਹਿਣਗੇ। ਅਜੇ ਗੱਲਬਾਤ ਚੱਲਦੀ ਸੀ ਤੇ ਮੇਰੇ ਨਾਨਕ ਜੀ ਅੰਦਰੋਂ ਉੱਠ ਕੇ ਆਪ ਹੀ ਬਾਹਰ ਆ ਗਏ। ਕਿਆ ਬਾਂਦਾ ਤੁਮ ਕਹਿਤੋ, ਕਾਰਜ ਦੇਹੋ ਸੁਨਾਏ। ਮਾਰੇ ਕਹਿੰਦੇ ਲਾਲੋ ਤੂੰ ਪਿੱਛੇ ਹਟ, ਮੈਂ ਖੁਦ ਹੀ ਇਹਨਾਂ ਨਾਲ ਬਾਤ ਪਾਉਣਾ ਏ। ਮਾਰੇ ਸਾਹਿਬ ਕਹਿੰਦੇ ਦੱਸ ਵੀ ਬ੍ਰਾਹਮਣ ਜੀ ਕਾਤੋਂ ਉੱਚੀ ਸ਼ੋਰ ਮਚਾਇਆ ਹੈ, ਕੀ ਕੰਮ ਹੈ ਸਾਡੇ ਵਾਸਤੇ? ਜਬਈ ਚਲਿਏ ਤੂਰਨ ਮਲਕ ਬੁਲਾਵੇ, ਨਤ ਮਾਨਵ ਕੋ ਅਵਰ ਪਠਾਵੇ। ਕਹਿਣ ਲੱਗੇ ਚਲੋ। ਮਾਰੇ ਕਹਿੰਦੇ ਕਿੱਥੇ? ਕਹਿੰਦੇ ਜੀ ਮਲਕ ਨੇ ਤੁਹਾਨੂੰ ਆਪਣੇ ਘਰ ਬੁਲਾਇਆ। ਤੇ ਹਜ਼ੂਰ ਪਾਤਸ਼ਾਹ ਮਾਰੇ ਕਹਿੰਦੇ ਤੈਨੂੰ ਉਦੋਂ ਵੀ ਕਿਹਾ ਸੀ ਵੀ ਨਹੀਂ ਜਾਣਾ, ਤੇ ਫਿਰ ਤੈਨੂੰ ਉਦੋਂ ਨਹੀਂ ਸੁਣਿਆ ਹੈ। ਬੋਲੇ ਸ੍ਰੀ ਗੁਰ ਸਭ ਸੁਖ ਧਾਮਾ, ਮਲਕ ਸੰਗ ਕਿਆ ਹਮਰੋ ਕਮਾ। ਮਹਾਰਾਜ ਕਹਿੰਦੇ ਸਾਨੂੰ ਕੋਈ ਕੰਮ ਨਹੀਂ ਉਹਦੇ ਪ੍ਰਤੀ, ਤੇ ਨਾ ਅਸੀਂ ਜਾਣਾ ਚਾਹੁੰਦੇ ਆ। ਅਸੀਂ ਉਹਦੇ ਮੱਥੇ ਨਹੀਂ ਲੱਗਣਾ ਚਾਹੁੰਦੇ। ਜੋ ਨਾ ਭਜੰਤੇ ਨਾਰਾਇਣਾ ਤਿਨਕਾ ਮੈਂ ਨਾ ਕਰੂੰ ਦਰਸ਼ਨ। ਗੁਰਬਾਣੀ ਇੱਥੋਂ ਤੱਕ ਕਹਿੰਦੀ ਹੈ ਵੀ ਜਿਹੜੇ ਰੱਬ ਵੱਲੋਂ ਟੁੱਟੇ ਆ ਨਾ ਬੇਈਮਾਨ ਲੋਕ, ਰੱਬ ਦਾ ਪਿਆਰਾ ਕਹਿੰਦਾ ਰੱਬ ਕਰੇ ਮੇਰੇ ਉਹ ਮੱਥੇ ਨਾ ਲੱਗਣ, ਮੈਂ ਉਹਨਾਂ ਨੂੰ ਵੇਖਣਾ ਨਹੀਂ ਚਾਹੁੰਦਾ। ਜੋ ਨਾ ਭਜੰਤੇ ਨਾਰਾਇਣਾ ਤਿਨਕਾ ਮੈਂ ਨਾ। ਤਾਈਓ ਆਪਾਂ ਰੋਜ਼ ਕਹੀਦਾ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ। ਰੱਬ ਦਾ ਪਿਆਰਾ ਮਿਲੂ, ਚੰਗੀ ਬਾਤ ਪਊ, ਕੋਈ ਠੰਡ ਪਊਗੀ। ਇਸ ਕਰਕੇ ਕਿੱਕਰ ਨੂੰ ਹੱਥ ਮਾਰਾਂਗੇ ਤੇ ਕੰਡੇ ਵਜਣੇ ਆ। ਤੁਮਾਰੇ ਕਹਿੰਦੇ ਸਾਨੂੰ ਕੀ ਕੰਮ ਹੈ, ਕੀ ਲੈਣਾ ਉਹਨੇ ਸਾਡੇ ਕੋਲੋਂ? ਕੌਣ ਮਲਕੋ ਜਾਣਤ ਨਾਹੀ, ਕਬ ਨਾ ਬਿਲੋ ਕਿਉ ਕਹਾਂ ਬਿਸਾਹੀ। ਮਾਰੇ ਕਹਿੰਦੇ ਕੌਣ ਮਲਕ ਭਾਗੋ? ਅਸੀਂ ਤਾਂ ਉਹਦਾ ਨਾਂ ਹੀ ਅੱਜ ਸੁਣਿਆ, ਨਾ ਅਸੀਂ ਉਹਨੂੰ ਜਾਣਦੇ ਆ, ਨਾ ਸਾਡਾ ਕੋਈ ਉਹਦੇ ਨਾਲ ਅੱਗੇ ਮੇਲ ਮਿਲਾਪ ਹੈ। ਲੈਣ ਦੇਣ ਕੋ ਕਾਜ ਨ ਕੋ,
ਕਿਉ ਆਇਸ ਕਰ ਭੇਜੈ ਸੋ। ਕਹਿੰਦੇ ਸਾਡਾ ਕੀ ਉਹਦੇ ਨਾਲ ਲੈਣਾ ਦੇਣਾ ਹੈ, ਅਸੀਂ ਤਾਂ ਪਰਦੇਸੀ ਹਾਂ, ਆਪਣੇ ਪਿਆਰੇ ਦੇ ਘਰ ਠਹਿਰੇ ਹਾਂ ਤੇ ਫਿਰ ਅੱਗੇ ਚਲੇ ਜਾਵਾਂਗੇ। ਅਟ ਦੂਜੀ ਦੂਤੀ ਦਿਜ ਕੀਨੀ ਭੇਵ ਨ ਸਮਝੈ ਜੇ ਮਤਹੀਨੀ। ਕਹਿੰਦੇ ਵਾਪਸ ਆ ਗਿਆ ਹੈ, ਅਜੇ ਵੀ ਰੱਬ ਦਾ ਭੇਦ ਨਹੀਂ ਪਾਇਆ, ਦੂਜੀ ਚੁਗਲੀ ਫੇਰ ਕੀਤੀ ਹੈ। ਸੁਨੋ ਮਲਕ ਜੋ ਆਏ ਸਤੋਰੀ ਹਿਰਦੇ ਨਯਾਨਤ ਦੀਨ ਬਹੋਰੀ। ਮਹਾਰਾਜ ਨੇ ਕਿੰਨੇ ਨਿਮਰਤਾ ਨਾਲ ਆਖਿਆ ਵੀ ਮੈਂ ਨਹੀਂ ਜਾਣਦਾ ਮਲਕ ਨੂੰ, ਮੈਂ ਪਰਦੇਸੀ ਆ, ਮੇਰਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ, ਮੈਨੂੰ ਕੀ ਕੰਮ ਹੈ। ਤੇ ਉਹ ਜਾ ਕੇ ਪਤਾ ਕੀ ਕਹਿੰਦਾ ਮਲਕ ਜੀ, ਉਹਨੇ ਆਖਿਆ ਜਾ ਮੈਂ ਨਹੀਂ ਆਉਂਦਾ, ਮੈਂ ਕੀ ਲੈਣਾ ਉਹਦੇ ਤੋਂ। ਗੱਲ ਕਰਨ 'ਚ ਫਰਕ ਪੈ ਜਾਂਦਾ ਸਾਧ ਸੰਗਤ। ਹੁਣ ਗੱਲ ਜਿਹੜੀ ਹੈ ਨਾ ਸੁਲਤਾਨਪੁਰੋਂ ਤੁਰੀ ਹੈ ਤੇ ਡੱਲੇ ਤੱਕ ਆਉਂਦਿਆਂ ਬਹੁਤ ਵੱਧ ਜਾਂਦੀ ਆ। ਆਮ ਹੀ ਲੋਕਾਂ ਨੂੰ ਆਦਤ ਹੈ ਗੱਲ ਵਧਾ ਚੜਾ ਕੇ ਕਰਨ ਦੀ। ਹੁਣ ਮੰਨ ਲਓ ਮੈਂ ਪੁੱਛਿਆ ਵੀ ਇਹ ਬੱਚਾ ਕਿੱਥੇ ਹੈ, ਤੇ ਇਹ ਗੱਲ ਪਹੁੰਚਦੀ ਉਹ 5-7 ਨਾਲ ਰਲ ਜਾਣੀਆਂ, ਉਹ ਅਗਲੇ ਵਿਚਾਰੇ ਦਾ ਉੱਦਾਂ ਹੀ BP ਲੋ ਹੋ ਜਾਣਾ। ਹਰ ਬੰਦੇ ਨੂੰ ਆਦਤ ਹੈ ਗੱਲ ਵਧਾ ਚੜਾ ਕੇ ਕਰਨ ਦੀ। ਉਹ ਐਸੀ ਆਦਤ ਪੱਕੀ ਹੈ, ਕਈ ਵਾਰੀ ਬੇਇੱਜ਼ਤੀ ਕਰਾਈ ਆ ਮਰਗ ਦੇ ਭੋਗ ਦੇ ਉੱਤੇ। ਉਹ ਬਾਪੂ ਜਿਹੜਾ ਮਰਿਆ ਵਧਾ ਚੜਾ ਕੇ ਬੋਲਤਾ, ਤੇ ਇੱਕ ਉੱਠ ਕੇ ਬਾਹੋਂ ਫੜ ਕੇ ਕਹਿੰਦਾ ਬਾਬਾ ਤੁਸੀਂ ਤਾਂ ਝੂਠ ਮਾਰਿਆ ਕਰੋ। ਮੈਂ ਕਿਹਾ ਕੀ ਹੋਇਆ? ਕਹਿੰਦੇ ਲੋਕਾਂ ਦਾ ਮਾਰਨੇ, ਤੁਸੀਂ ਗੋਦੀ 'ਚ ਰਹਿੰਦੇ। ਕਹਿੰਦੇ ਤੁਸੀਂ ਕਿਹਾ ਬਾਪੂ ਧਰਮੀ ਸੀ, ਕਹਿੰਦਾ ਮੈਂ ਤੇ ਸੰਗਰਾਂਦ ਤੇ ਵੀ ਗੁਰਦੁਆਰੇ ਨਹੀਂ ਗਿਆ ਵੇਖਿਆ। ਤੁਸੀਂ ਆਖੀ ਜਾਂਦੇ ਬੜਾ ਬੰਦਾ ਚੰਗਾ ਸੀ, ਕਹਿੰਦੇ ਚੰਗਾ ਕੰਮ ਤਾਂ ਜ਼ਿੰਦਗੀ 'ਚ ਨਹੀਂ ਕੀਤਾ। ਤੁਸੀਂ ਕਹਿੰਦੇ ਬੜਾ ਦਾਨੀ ਸੀ ਇਹ ਪਰਿਵਾਰ ਦੇ ਵਿੱਚ, ਕਹਿੰਦਾ ਕਦੇ ਪੰਜੀ ਨਹੀਂ ਦਿੱਤੀ ਉਹਨੇ ਗਰਾਈ 'ਚ, ਉਹ ਜ਼ਿਆਦਾ ਹੀ ਨੇੜੇ ਵਾਲਾ ਸੀ। ਮੈਂ ਕਿਹਾ ਲੱਗਦਾ ਇਹਦੀ ਵੱਟ ਵੁੱਟ ਵੱਡੀ ਆ, ਤੇ ਮਗਰ ਹੀ ਪੈ ਗਿਆ। ਮੈਂ ਉਦੋਂ ਬਾਅਦ 'ਚ ਨਹੀਂ ਕਿਸੇ ਦੇ ਭਰਾਵਾ ਕਿਹਾ, ਮੈਂ ਜਿੰਨਾ ਕੁ ਹੋਏ ਉਹਨਾਂ ਕੀ ਕਰ ਦਈਦਾ। ਇਸ ਕਰਕੇ ਇਹ ਆਦਤ ਪੈ ਜਾਂਦੀ ਹੈ। ਕਈ ਵਾਰੀ ਬੰਦੇ ਬਾਰੇ ਆਪਾਂ ਜਾਣਦੇ ਨਹੀਂ ਹੁੰਦੇ, ਤੇ ਉਹ ਕਈ ਸ਼ਰਧਾਂਜਲੀ ਦੇਣ ਵਾਲੇ ਵੀ ਉਹ ਬਾਣੀ ਗਲਤ ਪੜ੍ਹ ਪੁੜ ਕੇ ਹੋਰ ਹੀ ਕੁਝ ਕਰੀ ਜਾਣਗੇ। ਉਹ ਬੜਾ ਦਾਨੀ ਸੀ ਜੀ, ਉਹ ਬੜੇ ਰੁੱਖ ਲਾਏ ਜੀ, ਇੱਕ ਥਾਂ ਤੇ ਹਾਸਾ ਪਿਆ। ਉਹਨਾਂ ਨੇ ਆਪਦਾ ਵਡੱਪਣ ਵਧਾਉਣ ਲਈ ਸਾਡੇ ਪ੍ਰੋਗਰਾਮ ਸੀ ਰਿਸ਼ਤੇਦਾਰੀ ਦਾ, ਤੇ ਉੱਥੇ ਨਾ ਉਹਨਾਂ ਬੂਟੇ ਦੇਤੇ ਭੋਗ ਤੇ। ਉਹ ਇੱਕ ਬੋਲਿਆ ਉੱਠ ਕੇ, ਕਹਿੰਦਾ ਜੀ ਬਾਪੂ ਜੀ ਹੋਣੀ ਬੂਟੇ ਲਾਉਣ ਦੇ ਬੜਾ ਸ਼ੌਂਕ ਰੱਖਦੇ ਸੀ, ਬੜੀ ਇਹਨਾਂ ਦੀ ਭਾਵਨਾ ਸੀ, ਇਸ ਕਰਕੇ ਅਸੀਂ ਅੱਜ 500 ਬੂਟਾ ਵੰਡਿਆ। ਇੱਕ ਥੱਲੇ ਬੈਠਾ ਸੀ ਬੁੱਢਾ ਜਿਹਾ, ਉਹਨੇ ਖਾਧਾ ਪੀਤਾ ਕੋਈ, ਉਹ ਵਿੱਚ ਹੀ ਉੱਠ ਕੇ ਕਹਿੰਦਾ ਜਾ ਕੇ ਕੰਮ ਕਰ, ਬੂਟੇ ਲਾਉਣ ਦਾ ਸ਼ੌਂਕ। ਕਹਿੰਦਾ 50 ਸਵੇਦੇ ਮੇਰੇ ਸਾੜ ਤੇ ਅੱਗ ਲਾ ਕੇ ਨੇ। ਉਹਨੂੰ ਭਾਇਆ ਫੜ ਕੇ, ਤੇ ਉਹ ਵਿਚਾਰਾ ਕੱਚਾ ਜਿਹਾ ਹੋ ਗਿਆ, ਸਿੱਧਾ ਹੀ ਚੱਲ ਪਿਆ। ਉਹ ਕਈ ਵਾਰੀ ਇੱਦਾਂ ਵੀ ਪੈਰਾ ਹੋ ਜਾਂਦਾ। ਇਸ ਕਰਕੇ ਮਹਾਂਪੁਰਖ ਕਹਿੰਦੇ ਨੇ ਓਨਾ ਬੋਲੋ ਜਿੰਨਾ ਕੁ ਸੰਭਾਲ ਲੈਣਾ। ਗੱਲ ਜ਼ੁਬਾਨ 'ਚੋਂ ਤੀਰ ਕਮਾਨ 'ਚੋਂ ਗੋਲੀ ਬੰਦੂਕ 'ਚੋਂ ਬੰਦਾ ਜਹਾਨ 'ਚੋਂ ਕਿਤੇ ਵਾਪਸ ਮੁੜਦਾ। ਇਸ ਕਰਕੇ ਸਾਧ ਸੰਗਤ ਜੀ ਉਹਨੇ 2-4 ਕੋਲੋਂ ਲਾ ਕੇ ਮੇਰੇ ਰੱਬ ਦਾ ਵਿਰੋਧ ਕੀਤਾ। ਕਹਿੰਦੇ ਜੀ ਉਹ ਕਹਿੰਦਾ ਜੋ ਕਰਨਾ ਕਰ ਲਾ, ਜਾਂ ਮੈਂ ਨਹੀਂ ਆਉਂਦਾ ਤੇ ਨਾ ਮੈਂ ਆਉਣਾ ਹੈ। ਦੁਬਰਾ ਕਹੇ ਨ ਜਾਨੋ ਮਲਕ ਮੈਂ ਕੋ ਹੈ ਕਹਾਂ ਬਸਾਏ। ਕਹਿੰਦੇ ਉਹ ਕਹਿੰਦਾ ਮੈਂ ਨਹੀਂ ਕਿਸੇ ਮਲਕ ਮੁਲਕ ਨੂੰ ਜਾਣਦਾ, ਕਿੱਥੇ ਰਹਿੰਦਾ ਤੇ ਕਿੱਥੇ ਵਸਦਾ। ਵਟੋ ਢੀਠ ਨਿਸਫੁਰ ਬਚਨ ਤੁਮ ਕੋ ਕਹੇ ਬਨਾਏ। ਕਹਿੰਦੇ ਤੁਹਾਨੂੰ ਉਹਨੇ ਕਿਹਾ ਢੀਠ ਹੈਗਾ ਏ, ਪਾਪੀ ਹੈਗਾ ਏ, ਕੋਲੋਂ ਹੀ ਗੱਲਾਂ ਬਣਾ ਕੇ ਰੱਬ ਦਾ ਵੇਖੋ ਨਿੰਦਕ। ਇਹਨੂੰ ਕਹਿੰਦੇ ਨਿੰਦਕ ਬੁਰਾ ਹੁੰਦਾ ਹੈ। ਤੋ ਮਾਰੇ ਕਬੀਰ ਸਾਹਿਬ ਜੀ ਕਹਿੰਦੇ ਹਨ, ਕਬੀਰ ਸਾਖਤ ਐਸਾ ਹੈ ਜੈਸੀ ਲਸਨ ਕੀ ਖਾਨ, ਕੋਨੇ ਬੈਠੇ ਖਾਈਏ ਪ੍ਰਗਟ ਹੋਏ ਨਾਨ। ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਸਮਾਂ ਸੰਪੂਰਨ ਹੈ। ਕੱਲ ਦੇ ਚੱਲਾਂਗੇ। ਅੱਜ ਦੀ ਭਾਵਨਾ ਵਾਲੀ ਕਥਾ ਹੈ। ਅੱਜ ਦੇ ਗੁਰੂ ਨਾਨਕ ਸਾਹਿਬ ਦੇ ਪਿਆਰ ਦੀ ਬਾਤ ਲਈ ਤੁਸੀਂ ਆਏ ਹੋ। ਜਿਹੜੀਆਂ ਸੰਗਤਾਂ ਰੋਜ਼ ਜੁੜਦੀਆਂ ਪਈ ਆਇਆ ਕਰੋ। 24 ਘੰਟਿਆਂ ਤੋਂ 30-40 ਮਿੰਟ ਗੁਰੂ ਨੂੰ ਦਿਆ ਕਰੋ। ਮਹਾਂਪੁਰਖ ਬਾਬਾ ਅਤਰ ਸਿੰਘ ਦੇ ਵਚਨ ਸੀ, ਕਹਿੰਦੇ ਜਿੰਨਾ ਗੁਰੂ ਕੋਲ ਪਵੇਗਾ ਕਦੇ ਹਸਪਤਾਲ ਨਹੀਂ ਪਵੇਗਾ। ਗੁਰੂ ਬੜਾ ਪਿਆਰ ਹੈ। ਆਓ 2 ਮਿੰਟਾਂ ਜਦ ਤੁਸੀਂ ਵਰਨੀ ਕੀਤਾ ਸੱਭਿਆਚਾਰ ਕਰਨਾ ਸਾਰੀ ਸੰਗਤ ਕਰਿਓ ਨਾ ਸਾਰੇ ਬੈਠੇ ਨਹੀਂ ਪਾਓ। ਕਿਰਪਾ ਦੇ ਨਾਲ ਇਹਨਾਂ ਨੂੰ ਸਤਿਆ ਸਵਾਸ ਦਾ ਬਣੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
दुनिया कारण आया जी आया, नानकी का वीर दुनिया कारण आया जी आया, नानकी का वीर कारण। ਸਾਥੀ ਦੋਨੇ ਪਿਆਰੇ ਉਹਦੇ ਗਲਾ ਮਰਦਾਨਾ, ਸਾਥੀ ਦੋਨੇ ਪਿਆਰੇ ਉਹਦੇ ਗਲਾ ਮਰਦਾਨਾ, साथी दोने प्यारे ओदे बाला मरदाना, साथी दोने प्यारे ओदे बाला मरदाना। ਇੱਕ ਹੱਥ ਚੋਰ ਫੱਬੇ ਦੂਜੇ ਹੱਥ ਤਾਰ ਵਜੇ, ਇੱਕ ਹੱਥ ਚੋਰ ਫੱਬੇ ਦੂਜੇ ਹੱਥ ਤਾਰ ਵਜੇ, एक हाथ चोर फबे हाथ फबे, एक हाथ चोर फबे